हरि राहे हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिस मह अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। सवैया है बलवान महेश बड़ो। बनवाए भलो यह थान महाना। अंतर मज्जन ताहे करावत। आवत बाहर नीर टराना। है बलवान महेश बड़ो। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी निवाजी गुरु रूप गुरु प्यारी गुरु सवारी साध संगत जीओ। आप जी वड्डियां भागां वाले कर्मां वाले हो जो गुरु ग्रंथ साहिब महाराज जी के पावन पवित्र दर्शन करके सत्संग विच बैठ करके गुरु जी की तुर की बाणी श्रवण करके लाहा प्राप्त कर रहे हो। गुरु साहिब जी की तुर की बाणी सोधदार रहरास साहिब बाणी के जाप होए हैं। संध्या के समय बेअंती संगतां ने हाजरी भरी है। तिल फुल भेटा महाराज जी के चरणों में अर्पण करके मन इच्छित मन भाउंदे फल प्राप्त कीते हन। जो कि रोज़ाना ही श्री गुरु नानक देव महाराज जी की पावन पवित्र लड़ीवार कथा आपां सरवण कर रहे हाँ। हुण उस कथा का समा होया है। जिवें गुरु साहिब जी मक्के विच जा पहुँचे तो उत्थे दे जिहड़े हाजी लोग वो सतगुरु जी वाल वेख के सोचते भी ये कौन है, हिंदू हैं कि मुसलमान। महाराज जी का जिहड़ा भेख लिबास सी वो जाणिया नहीं सी जांदा भी किन्हां विचों सन। इस तरह गुरु साहिब जी चलते चलाते जिहड़ा मक्के की जिहड़ी चार दीवारी है काबे मंदिर की ਉਹਦੇ नेड़े आ बैठे। ਜਦੋਂ कुछ घड़ियां बीत गई बैठिया बैठिया भाई मरदाना जी ने कहा भी ये मरदाने जी जो तुहानू बहुत इच्छा सी काबा मंदिर देखने की हुण तुसीं वेख लो जाके। कह लगे गुरु साहिब जी ये चार शफेरे कंधा है दीवारां ही दीवारां है इवें किवें दिख जाएगा। दीवारां दे विच जावांगे वो जिथे मंदिर बनया है
ਅੰਦਰ ਬਾਹਰ ਵੇਖਾਂਗੇ ਫਿਰ ਤੇ ਕੁਝ ਦਿਖੇਗਾ, ਐਵੇਂ ਕਿਵੇਂ ਸਮਝ ਲੱਗੇਗੀ, ਕਿਵੇਂ ਪਤਾ ਲੱਗੇਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਾ ਕੇ ਵੇਖੋ। ਤੇ ਭਾਈ ਮਰਦਾਨਾ ਜੀ ਕਹਿੰਦੇ ਆ, ਮਹਾਰਾਜ ਮੈਨੂੰ ਤੇ ਪਾਜ ਵਾਲੀ ਨੀਤੀ ਜੀ, ਬੇਇਨਸਾਫੀ ਜੀ ਫੁਰ ਰਹੀ ਹੈ ਕਿ ਪਖੰਡ ਜਿਹਾ ਹੀ ਲੱਗਦਾ, ਕੱਖ ਨਹੀਂ ਹੈ ਦਿਸ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਵੀ ਮਰਦਾਨਿਆਂ, ਬਿਨਾਂ ਦੇਖੇ ਤੋਂ ਨਹੀਂ ਕੁਝ ਕਹਿਣਾ ਚਾਹੀਦਾ। ਜੋ ਕੋਈ ਬਣਾਵਟ ਬਣੀ ਹੋਈ ਹੈ ਵੀ ਅੰਦਰ ਕਿਹਨੂੰ ਮੱਥਾ ਟੇਕਦੇ, ਕੀ ਪੂਜਾ ਕਰਦੇ, ਉਹ ਜਾ ਕੇ ਪਹਿਲਾਂ ਵੇਖੋ। ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਭਾਈ ਮਰਦਾਨਾ ਤੇ ਬੜਾ ਖੁਸ਼ ਹੋ ਕੇ ਚਲਾ ਗਿਆ। ਜਦੋਂ ਕਾਬੇ ਮੰਦਰ ਦੇ ਅੰਦਰ ਪ੍ਰਵੇਸ਼ ਕਰਨਾ ਚਾਹਿਆ, ਜਿਹੜੇ ਉੱਥੇ ਮੌਜੂਦ ਭਾਵ ਪੁਜਾਰੀ ਬੈਠੇ ਹੋਏ ਸੀ, ਉਹਨਾਂ ਨੇ ਰੋਕਿਆ। ਕਹਿੰਦੇ ਵੀ ਆਪਣੇ ਅੱਖਾਂ ਦੇ ਪੱਟੀ ਬੰਨ੍ਹ ਲਾ, ਫਿਰ ਅੱਗੇ ਜਾਣਾ ਹੈ। ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਤੇ ਮੁਸਲਮਾਨ ਹਾਂ, ਤੇ ਬਿਨਾਂ ਪੱਟੀ ਬੰਨੇ ਤੋਂ ਤੁਸੀਂ ਕਿਉਂ ਨਹੀਂ ਜਾਣ ਦਿੰਦੇ ਮੈਨੂੰ? ਇਸ ਤਰ੍ਹਾਂ ਜਾਵਾਂਗੇ, ਅੱਖਾਂ ਖੋਲ੍ਹ ਕੇ ਦਰਸ਼ਨ ਕਰਾਂਗਾ, ਜੋ ਕੁਝ ਹੋਊਗਾ ਪਰਸਨ ਵਾਲਾ ਉਹ ਚਰਨ ਪਰਸ ਕੇ ਤੇ ਸੁੱਖ ਪਾ ਕੇ ਮੈਂ ਮੁੜ ਆਵਾਂਗਾ। ਤੇ ਜੇ ਪੱਟੀ ਬੰਨ੍ਹ ਲਈ ਤੇ ਮੈਨੂੰ ਕੀ ਦਿਸਣਾ ਹੈ? ਕਹਿੰਦੇ ਵੀ ਸਾਡੇ ਵੱਲੋਂ ਨਹੀਂ ਆਗਿਆ ਵੇਖਣ ਦੀ, ਉਹ ਨਹੀਂ ਦੇਖਣ ਜਾਣਾ ਹੈ। ਜੇ ਜਾਣਾ ਹੈ ਅੱਖਾਂ ਦੇ ਪੱਟੀ ਬੰਨ੍ਹੋ ਤੇ ਜਾ ਕੇ ਉੱਥੇ ਸੀਸ ਨਵਾ ਕੇ ਤੇ ਵਾਪਸ ਆ ਜਾਣਾ। ਭਾਈ ਮਰਦਾਨਾ ਜੀ ਮੁਰਝਾ ਜਾ ਕਰਕੇ ਮੁੜ ਆਏ, ਨਿੰਮੂ ਝਾਣੇ ਜਿਹੇ ਹੋ ਕੇ। ਗੁਰੂ ਸਾਹਿਬ ਜੀ ਕੀ ਕਰੀਏ? ਮਹਾਰਾਜ ਕਹਿੰਦੇ ਆ ਹੱਸਦਿਆਂ ਹੋਏ ਵੀ ਹਾਂ ਦਰਸ਼ਨ ਕਰ ਲਿਆ ਕਾਬੇ ਮੰਦਰ ਦਾ। ਕਹਿੰਦੇ ਮਹਾਰਾਜ ਦਰਸ਼ਨ ਕੀ ਕਰਨਾ ਹੈ, ਜਿਹੜੇ ਉੱਥੇ ਪੁਜਾਰੀ ਮਜੌਰ ਬੈਠੇ ਉਹਦੇ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਆ, ਅਤੇ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਆ, ਦਿਖਣਾ ਕੀ ਹੈ? ਜਦੋਂ ਨਜ਼ਰ ਹੀ ਨਾਸ ਕਰ ਦਿੱਤੀ, ਫਿਰ ਜੋ ਦਿਸਿਆ ਨਾ, ਫਿਰ ਕੀ ਦੇਖਣਾ ਵੀ ਅੰਦਰ ਕੀ ਪਿਆ ਹੈ, ਕਿਹਨੂੰ ਪੂਜਦੇ ਹੈ, ਕਿਹਨੂੰ ਬਣਾਉਂਦੇ ਹੈ, ਜਿਸ ਦੀ ਨਹੀਂ ਸਿਫਤ ਕਰਦੇ ਉਹ ਕੀ ਹੈ? ਕੀ ਕਰੀਏ ਮਹਾਰਾਜ? ਤੇ ਨਾਲੇ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਜੇ ਦੇਖਿਆ ਨਾ ਗਿਆ, ਕੁਝ ਪਤਾ ਨਾ ਲੱਗਾ, ਫਿਰ ਆਏ ਦਾ ਇੱਥੇ ਕੀ ਫਾਇਦਾ ਹੋਇਆ? ਜੇ ਅੱਜ ਤੁਹਾਡੇ ਨਾਲ ਆ ਕੇ ਨਹੀਂ ਦਰਸ਼ਨ ਹੋਏ ਤੇ ਬਾਅਦ 'ਚ ਵੀ ਨਹੀਂ ਹੋ ਸਕਦੇ। ਇਸ ਕਰਕੇ ਦਰਸ਼ਨ ਕਰਕੇ ਹੀ ਜਾਣਾ ਹੈ ਅੱਗੇ। ਮਹਾਰਾਜ ਫਿਰ ਕਹਿਣ ਲੱਗੇ ਵੀ ਠੀਕ ਹੈ ਮਰਦਾਨਿਆਂ, ਜੇ ਤੂੰ ਇੰਨੀ ਇੱਛਾ ਹੈ ਦੇਖਣ ਦੀ ਕਾਬਾ ਮੰਦਰ, ਹੁਣ ਚਲਿਆ ਜਾ, ਕੋਈ ਨਹੀਂ ਜਿਹੜਾ ਤੈਨੂੰ ਰੋਕ ਸਕੇਗਾ। ਹੁਣ ਕੋਈ ਜਿਹੜਾ ਹੈ ਉਹ ਮੌਜੂਦ ਪੁਜਾਰੀ ਤੈਨੂੰ ਨਹੀਂ ਦੇਖ ਸਕੇਗਾ, ਤੂੰ ਸਭ ਨੂੰ ਦੇਖੇਗਾ। ਇਹ ਸੁਣ ਕੇ ਬਹੁਤ ਖੁਸ਼ ਹੋਏ, ਫਿਰ ਚਲੇ ਗਏ। ਸਿੱਧਾ ਹੀ ਪ੍ਰਵੇਸ਼ ਕਰ ਦਿੱਤਾ। ਉਹ ਮਜੌਰ ਜਿਹੜੇ ਪੁਜਾਰੀ ਬੈਠੇ ਉਹਨਾਂ ਨੂੰ ਦਿਖਿਆ ਹੀ ਨਹੀਂ, ਜਾਣਿਆ ਨਹੀਂ ਗਾ ਵੀ ਮਰਦਾਨਾ ਅੰਦਰ ਚਲਾ ਗਿਆ ਹੈ। ਭਾਈ ਮਰਦਾਨੇ ਨੇ ਅੰਦਰ ਜਾ ਕੇ ਕੀ ਵੇਖਿਆ? ਇੱਕ ਬੜਾ ਤਗੜਾ ਭਾਰੀ ਜਿਹੜਾ ਪੱਥਰ ਦੀ ਮੂਰਤ ਹੈ, ਗੋਲ ਜਿਹਾ ਪੱਥਰ ਉਹ ਰੱਖਿਆ ਹੋਇਆ। ਇੱਧਰ ਉੱਧਰ ਦੇਖਿਆ ਉਹ ਅੰਦਰ ਕਾਬੇ ਮੰਦਰ ਦੇ, ਫਿਰ ਮੁੜ ਆਏ ਚੁੱਪ ਕਰਕੇ। ਗੁਰੂ ਸਾਹਿਬ ਜੀ ਕੋਲ ਆ ਗਏ। ਗੁਰੂ ਸਾਹਿਬ ਜੀ ਕਹਿੰਦੇ ਵੀ ਹਾਂ ਹੁਣ ਤੁਹਾਡੀ ਇੱਛਾ ਪੂਰੀ ਹੋ ਗਈ ਹੈ ਨਾ, ਦਰਸ਼ਨ ਕਰ ਲਿਆ ਹੈ? ਕਹਿੰਦੇ ਮਹਾਰਾਜ ਕੀ ਅੰਦਰ ਦੇ ਕੁਝ ਵੀ ਨਹੀਂ ਹੈ, ਇੱਕ ਬੜਾ ਤਗੜਾ ਪੱਥਰ ਪਿਆ ਹੈ। ਆਪ ਜੀ ਦੱਸੋ ਕਿ ਉਹ ਪੱਥਰ ਕਿਉਂ ਪਿਆ ਹੈ, ਕਾਰਨ ਕੀ ਹੈ, ਉਹਦੀ ਮਹਾਨਤਾ ਇੰਨੀ ਕਿਉਂ ਹੋ ਗਈ ਇਸ ਕਾਬੇ ਮੰਦਰ ਦੀ, ਕਿਉਂ ਤੁਰਕ ਲੋਕ ਇੰਨੀ ਦੀ ਸਿਫਤ ਕਰਦੇ ਹੈ, ਦੱਸੋ, ਆਪ ਸਭ ਕੁਝ ਜਾਣਦੇ ਹੋ। ਫਿਰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਇਹ ਐਵੇਂ ਕਿਹਾ ਜਾਂਦਾ ਹੈ, ਇੱਕ ਖੁਣਕ ਨਾਮ ਦਾ ਰਾਜਾ ਹੋਇਆ, ਬੜਾ ਜ਼ਾਲਮ, ਜੋ ਪੱਕਾ ਮੁਸਲਮਾਨ ਸੀ, ਹਿੰਦੂਆਂ ਨੂੰ ਉਹ ਚੰਗਾ ਨਹੀਂ ਸੀ ਚਾਹੁੰਦਾ। ਉਹਨੇ ਵੇਖਿਆ ਕਿ ਇੱਥੇ ਜਿੱਥੇ ਅੱਜ ਕਾਬਾ ਮੰਦਰ ਬਣਿਆ ਤੇ ਕੁਝ ਵੀ ਨਹੀਂ ਸੀ, ਤੇ ਉਹ ਜਦੋਂ ਵੇਖਿਆ ਵੀ ਜੰਗਲ ਹੀ ਜੰਗਲ ਸੀ ਇੱਥੇ ਜਿਹੜਾ ਹੈ ਪੱਥਰ ਲਿੰਗ ਸ਼ਿਵ ਜੀ ਦਾ, ਉਹਦਾ ਇੱਕ ਹਿੱਸਾ 12 ਜੋਤੀ ਲਿੰਗਾਂ 'ਚ ਇੱਥੇ ਪਿਆ ਸੀ। ਜਦੋਂ ਇਹਨੇ ਵੇਖਿਆ, ਇਹਨੇ ਬੜੀ ਨਫ਼ਰਤ ਕੀਤੀ, ਆਪਣੇ ਸੇਵਕਾਂ ਨੂੰ ਕਿਹਾ ਵੀ ਇਹਨੂੰ ਇੱਥੋਂ ਦੂਰ ਕਿਤੇ ਸੁੱਟੋ ਉਠਾ ਕੇ, ਇਹ ਇੱਥੇ ਕੀ ਪਿਆ ਕਰਦਾ ਹੈ। ਬਸ ਉਹ ਐਸੀ ਸ਼ਕਤੀ ਵਰਤੀ, ਬੜੀ ਅਗਨੀ ਪ੍ਰਗਟ ਹੋਈ, ਜਿਹਦੇ ਨਾਲ ਨਗਰ ਬਾਜ਼ਾਰ ਦੇਸ਼ ਵਿਦੇਸ਼ਾਂ ਵਿੱਚ ਸਾੜ ਪਿਆ। ਬੜੇ ਸੜੇ ਮੱਚੇ ਚੌਂਕ ਬਾਜ਼ਾਰ ਨਗਰ ਘਰ
ਇਹਦੀ ਰਾਜੇ ਖੁਣਕ ਰਾਜੇ ਦੀ ਰਾਜਧਾਨੀ ਬੜੀ ਉੱਚੀ ਮਹਾਨ ਸੀ, ਉਹ ਵੀ ਬੜੀ ਸੜ ਮੱਚ ਗਈ, ਨਾਸ ਹੋ ਗਈ। ਫਿਰ ਇਹ ਡਰਿਆ, ਹੱਥ ਜੋੜੇ ਹੈ ਤੇ ਦਾਸ ਹੋ ਗਿਆ। ਇਹਨੇ ਆ ਕੇ ਪੱਥਰ ਦੇ ਚਰਨ ਫੜੇ, ਇਸੇ ਦੇ ਦਾਸ ਹੋ ਗਿਆ ਵੀ ਮੇਰੇ ਕੋਲ ਗਲਤੀ ਹੋ ਗਈ, ਮਾफ़ ਕਰੋ ਮੈਨੂੰ ਜੀ। ਫਿਰ ਜਦੋਂ ਰਾਤ ਸੁੱਤਾ ਨੂੰ ਸੁਪਨਾ ਆਇਆ ਹੈ, ਉਹ ਸੁਪਨੇ ਵਿੱਚ शिव जी ने इनू कहा भी मेरा इत्थे चंगा जिहड़ा मंदिर स्थान बना, ते जिहड़ा कोई अखां बन के अंदर दर्शन करन जाएगा उहदे सारे कार्य सिद्ध हो जाएंगे, जिहड़ा कोई अखां खोल के जाएगा वो देख नहीं सकेगा, अन्ना हो जाएगा। फिर उस वेले नाले मिल जुल के ये जिहड़ा गोल जिहा पत्थर शिव जी का ज्योतिर्लिंग 12 लिंगां विच इस नूं स्थापित किया। जिवें आप जी नूं कल भी दस्सिया सी भी उस वेले आपो विच ही इन्हां दा झगड़ा पै गया, दो धिर हो गए। एक कहंदे भी संग असवद जिहड़ा है पवित्र पत्थर है, असां ने रखना है, दूजा कहंदा असां ने टिकाउणा है। फिर वो फैसला होया भी जो हज़रत मुहम्मद साहब है पैगंबर, उन्हां दे कर कमलां नाल टिकाया जाए। फिर उन्होंने जिहड़ा पत्थर नूं टिकाउणा कीता सी काबे मंदिर अंदर। ये आप प्रसंग विस्तार नाल सरवण किया है। जिस तरह अगे भी कथा आ रही है वो आप सरवण करिए। जो महाराज सारी कथा भाई मर्दाने जी नूं दसी विस्तार नाल। गुरु चरणा च लवाओ हाजरियां, उचारण करो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। सवैया है बलवान महेश बड़ो। ਉਹ ਖੁਣਕ ਰਾਜੇ ਨੂੰ ਜਦੋਂ ਸੁਪਨਾ ਆਇਆ ਵੀ ਸਾਡਾ ਸੋਹਣਾ ਮੰਦਰ ਬਣਾਓ, ਫਿਰ ਇਸ ਨੇ ਬਣਾਇਆ। ਮੁਹੰਮਦ ਸਾਹਿਬ ਦੇ ਰਾਹੀਂ ਇਹ ਜਿਹੜਾ ਲਿੰਗ ਜਿਹੜਾ ਹੈ ਟਿਕਾਉਣਾ ਕੀਤਾ ਇਸ ਪੱਥਰ ਨੂੰ। ਤੇ ਮਹਾਰਾਜ ਦੱਸ ਰਹੇ ਆ ਵੀ हे ਭਾਈ ਮਰਦਾਨਾ, ਜੋ ਮਹੇਸ਼ ਕਹੀਏ शिव जी हैं, वो जो बड़ा बलवान है, सी शक्ति वाला। बनवाए भलो यह थान महाना। जिसने आ डरा धमका के खुणक राजे नूं दे के डरावा राज सुपने दे राही ते अपना बड़ा तकड़ा ही महान स्थान चंगा ही ये काबा मंदिर बनवा लिया। अंतर मज्जन ताहे करावत। ते ये मुसलमान में कहते भी अंदर इस जिहड़ा ये लिंग पिया होया, पत्थर पिया होया है, इनू फरिश्ते आन के जिहड़ा रात के समय इशनान करवाउंदे है। आवत बाहर नीर टराना। जिहदा जो इशनान करवाउंदे है उस पत्थर दा ਜਦੋਂ ਉਹ ਜਿਹੜਾ ਜਿਸ ਜਲ ਨਾਲ ਇਸ਼ਨਾਨ ਕਰਾਇਆ ਹੁੰਦਾ ਢਲ ਕੇ ਬਾਹਰ ਆਉਂਦਾ ਹੈ, ਉਹ ਜਲ ਅੰਦਰੋਂ ਲੈ ਕਰ ਮੈਂ ਹਜ ਆਨ ਕਰਾਂ। ਇਹ ਫਿਰ ਜਿਹੜੇ ਹਜ ਕਰਨ ਵਾਲੇ ਸਾਰੇ ਲੋਕ ਆਪਣੇ ਹੱਥਾਂ ਵਿੱਚ ਉਸ ਜਲ ਨੂੰ ਲੈ ਕਰਕੇ ਜਿਹੜਾ ਚਰਨਾਮਤ ਲੈਂਦੇ ਆ, ਛਕਦੇ ਆ, ਅੱਖਾਂ 'ਤੇ ਛਿੱਟੇ ਜਿਹੇ ਮਾਰਦੇ ਆ ਤੇ ਤਵਲ ਬਾਜਾਂ ਉੱਪਰ ਵੀ ਲਾਉਂਦੇ ਹਨ। ਇਹ ਜਾਣਤ ਹੈ ਸਭ ਦੁੱਖ ਮਿਟਾਨਾ। ਤੇ ਇਸ ਤਰ੍ਹਾਂ ਉਹ ਕਰਕੇ ਜਲ ਛਕ ਕੇ ਤਵਲ ਬਾਜਾਂ ਦੇ ਲਾ ਕੇ ਅੱਖਾਂ 'ਤੇ ਛਿੱਟੇ ਮਾਰ ਕੇ ਜਾਣਦੇ ਆ ਹੱਜ ਕਰਨ ਵਾਲੇ ਜਿਹੜੇ ਆਉਂਦੇ ਹੱਜ ਕਰਨ, ਯਾਤਰਾ ਕਰਨ, ਵੀ ਸਾਡਾ ਜਿਹੜੇ ਜਿੰਨੇ ਦੁੱਖ ਔਗਣ ਪਾਪ ਹੈ ਉਹ ਮਿਟ ਗਏ ਹੈ, ਮਿਟੇ ਹੋਏ ਮੰਨਦੇ ਹਨ ਇਹ ਸਭ ਕੁਝ ਕਰਕੇ। ਜੋ ਸੁਣ ਕੇ ਸਭ ਹੀ ਬੱਤੀਆਂ। ਇਉਂ ਸੁਣ ਕੇ ਸਾਰੀ ਗੱਲਬਾਤ ਭਾਈ ਮਰਦਾਨਾ ਜੀ ਹੁਣ ਬੈਨ ਪਨਾ ਗੁਰ ਸੋ ਮਰਦਾਨਾ। ਭਾਈ ਮਰਦਾਨਾ ਜੀ ਨੇ ਫਿਰ ਗੁਰੂ ਨਾਲ ਬਚਨ ਕੀਤਾ। ਸਵਈਆ ਹਾਂ ਨਹਿ ਅੰਧ ਭਇਓ ਬਿਖਤੇ। ਗੁਰੂ ਸਾਹਿਬ ਜੀ ਆ ਤੇ ਰਾਜੇ ਨੂੰ ਤੇ ਇਹ ਸੁਪਨਾ ਆਇਆ ਸੀ ਵੀ ਜਿਹੜਾ ਕੋਈ ਇਸ ਕਾਬੇ ਮੰਦਰ ਅੰਦਰ ਜਾਵੇ, ਅੱਖਾਂ ਬੰਨ੍ਹ ਕੇ ਜਾਵੇ, ਤੇ ਮੁਸਲਮਾਨ ਲੋਕ ਬੰਨ੍ਹ ਕੇ ਵੀ ਜਾਂਦੇ ਹੈ, ਤੇ ਜਿਹੜਾ ਵੀ ਨਹੀਂ ਬੰਨ੍ਹ ਕੇ ਜਾਵੇਗਾ ਉਹ ਅੰਨਾ ਹੋ ਜਾਵੇਗਾ। ਮਹਾਰਾਜ
ਮੈਂ ਤੇ ਤੁਹਾਡੀ ਆਗਿਆ ਨਾਲ ਐਵੇਂ ਹੀ ਚਲਾ ਗਿਆ, ਕੋਈ ਅੱਖਾਂ ਨਹੀਂ ਬੰਨੀਆਂ, ਮੈਂ ਤੇ ਅੰਨਾ ਨਹੀਂ ਹੋਇਆ ਹਾਂ। ਇੱਕ ਔਰ ਸੰਦੇਹੋ ਸੋ ਦੇਹੋ ਮਿਟਾਈ। ਇੱਕ ਹੋਰ ਮੈਨੂੰ ਸੰਸਾ ਹੈ, ਉਹ ਸੰਸਾ ਵੀ ਮੇਰਾ ਮਿਟਾ ਦਿਓ, ਖਤਮ ਕਰ ਦਿਓ ਦੱਸ ਕੇ। ਹਿੰਦੂ ਕੋ ਕਾਫਰ ਕਿਉਂ ਉਚਰੈ। ਇਹ ਜਿਹੜੇ ਮੁਸਲਮਾਨ ਲੋਕ ਆ, ਹਿੰਦੂਆਂ ਨੂੰ ਕਾਫਰ ਕਿਉਂ ਕਹਿੰਦੇ ਆ? ਕਾਫਰ, ਨਸ਼ੁਕਰੇ, ਅਕਿਰਤ ਘਣ, ਨਾਸਤਕ ਜਾਂ ਸਾਕਤ, ਇਹ ਕਿਉਂ ਕਹਿੰਦੇ ਆ ਕਿ ਜਿਹੜੇ ਹਿੰਦੂ ਹੈ ਕਾਫਰ ਹੈ, ਨਸ਼ੁਕਰੇ ਹੈ, ਅੱਲਾ ਤੋਂ ਟੁੱਟੇ ਹੋਏ ਲੋਕ ਹੈ। ਆਪਾਂ ਜਿਹਨੂੰ ਕਹਿ ਦਿੰਦੇ ਨਾ ਵੀ ਇਹ ਰੱਬ ਤੋਂ ਟੁੱਟਿਆ ਹੋਇਆ, ਤੈਨੂੰ ਸਾਕਤ ਕਹਿ ਦਿੰਦੇ ਆ। ਇਹ ਕਾਫਰ ਕਹਿੰਦੇ ਉਸ ਨੂੰ ਜਿਹੜਾ ਖੁਦਾ ਨਾਲੋਂ, ਪਰਮੇਸ਼ਰ ਨਾਲੋਂ ਟੁੱਟਿਆ ਹੋਵੇ। ਕਹਿੰਦੇ ਆ ਵੀ ਭਾਈ ਮਰਦਾਨਾ ਵੀ ਗੁਰੂ ਸਾਹਿਬ ਜੀ ਹਿੰਦੂਆਂ ਨੂੰ ਕਾਫਰ, ਨਸ਼ੁਕਰੇ, ਅਕਿਰਤ ਘਣ, ਨਾਸਤਕ, ਸਾਗਤ ਕਿਉਂ ਕਹਿੰਦੇ ਹਨ? ਯਹ ਜਾਣਤ ਹੈ ਨਿਜ ਤੇ ਲਗਤਾਈ। ਤੇ ਇਹ ਜਿਹੜਾ ਹੈ ਉਹਨਾਂ ਸਾਰਿਆਂ ਹਿੰਦੂਆਂ ਨੂੰ ਆਪਣੇ ਤੋਂ ਨਿਊਨਤਾਈ ਜਾਣਦੇ ਆ, ਛੋਟਾ ਜਾਣਦੇ ਆ ਵੀ ਇਹ ਮਾੜੇ ਹਨ। ਸ੍ਰੀ ਗੁਰ ਬੈਨ ਭਲੇ ਤਬ ਹੀ। ਗੁਰੂ ਸਾਹਿਬ ਜੀ ਨੇ ਸੁਣ ਕੇ ਉਸ ਵੇਲੇ ਬਚਨ ਕਹੇ, ਯਹ ਆਪ ਹੀ ਕਾਫਰ ਔਰੇ ਬਤਾਈ। ਭਾਈ ਮਰਦਾਨਾ ਜੀ ਤੇ ਆਪ ਹੀ ਕਾਫਰ ਹੈ, ਨਸ਼ੁਕਰੇ, ਅਕਿਰਤ ਘਣ, ਨਾਸਤਕ ਲੋਕ ਹੈ, ਤੇ ਕਈ ਦੂਸਰਿਆਂ ਨੂੰ ਜਾਂਦੇ ਹੈ ਵੀ ਹਿੰਦੂ ਕਾਫਰ ਹਨ। ਇਹਦੇ ਆਪ ਹੀ ਬੁੱਤ ਪ੍ਰਸਤੀ ਹੈ, ਬੁੱਤ ਪੂਜੀ ਜਾਂਦੇ ਹਨ ਨਸ਼ੁਕਰੇ ਲੋਕ। ਸ੍ਰੀ ਕਰਤਾਰ ਦਇਆ ਤੁਝ ਪੈ। ਬਾਕੀ ਜੋ ਤੁਸੀਂ ਕਹਿੰਦੇ ਵੀ ਮੈਂ ਨਹੀਂ ਮਹਾਰਾਜ ਅੰਨਾ ਹੋਇਆ ਹਾਂ, ਤੁਹਾਡੇ ਉੱਪਰ ਉਸ ਕਰਤਾਰ ਪਰਮੇਸ਼ਰ ਦੀ ਦਇਆ ਮੇਰ ਹੈ। ਨਹ ਅੰਧ ਭਇਓ ਇਹ ਠਾਰ ਦਿਖਾਈ। ਇਸੇ ਕਰਕੇ ਮਰਦਾਨਾ ਜੀ ਤੁਸੀਂ ਅੰਨੇ ਨਹੀਂ ਹੋਏ, ਤੇ ਆ ਜਿਹੜਾ ਕਾਬੇ ਮੰਦਰ ਵਾਲਾ ਸਥਾਨ ਹੈ ਤੁਹਾਨੂੰ ਦਿਖਾ ਦਿੱਤਾ ਪਰਮੇਸ਼ਰ ਨੇ। ਦੋਹਰਾ ਮਰਦਾਨਾ ਬਿਗਸਿਓ ਸੁਨਤ। ਸੁਣ ਕੇ ਭਾਈ ਮਰਦਾਨਾ ਦੇ ਬਹੁਤ ਖੁਸ਼ ਹੋਇਆ ਹੈ। ਬੈਠ ਰਹੇ ਤਿਹ ਠਾਰ। ਉਸੇ ਥਾਂ ਤੇ ਜਿੱਥੇ ਕਾਬਾ ਮੰਦਰ ਦੀ ਚਾਰ ਦੀਵਾਰੀ ਬਾਰ-ਬਾਰ ਗੁਰੂ ਸਾਹਿਬ ਜੀ ਵਿਰਾਜਮਾਨ ਸਨ, ਉਸੇ ਥਾਂ ਤੇ ਬੈਠੇ ਰਹੇ ਭਾਈ ਬਾਲਾ ਤੇ ਭਾਈ ਮਰਦਾਨਾ ਗੁਰੂ ਸਾਹਿਬ ਸਮੇਤ। ਇਸ ਪ੍ਰਕਾਰ ਬੀਤਿਓ ਦਿਵਸ। ਇਸ ਤਰ੍ਹਾਂ ਜਿਹੜਾ ਸਾਰਾ ਦਿਨ ਉੱਥੇ ਬੈਠੇ ਬੀਤ ਗਿਆ, ਲੰਘ ਗਿਆ। ਕਹਤੇ ਜਗ ਸਿਰ ਮੋਰ। ਜੋ ਜਗਤ ਦੇ ਸ਼੍ਰੋਮਣੀ ਹੈ, ਗੁਰੂ ਨਾਨਕ ਸਾਹਿਬ ਮੁਕਟ ਰੂਪ ਹੈ, ਇਹ ਕਹਿੰਦਿਆਂ ਆਪੋ ਵਿੱਚ ਵਿਚਾਰ ਵਟਾਂਦਰਾ ਕਰਦੇ ਸਾਰਾ ਦਿਨ ਬੀਤ ਗਿਆ। ਸਵਈਆ ਰੈਨ ਭਾਈ ਪੁਨ ਆਨ ਜਬੈ। ਜਦੋਂ ਰਾਤ ਹੋ ਗਈ ਆਣ ਕੇ, ਤਿਹ ਥਾਨ ਵਿਖੇ ਗੁਰ ਕੀਨੋ ਹੈ ਡੇਰਾ। ਉਸੇ ਸਥਾਨ ਤੇ ਇੱਕ ਪਾਸੇ ਜੇ ਹੋ ਕੇ ਗੁਰੂ ਸਾਹਿਬ ਜੀ ਨੇ ਕਾਬੇ ਮੰਦਰ ਦੇ ਕੋਲ ਹੀ ਜਿਹੜਾ ਹੈ ਡੇਰਾ ਕਰ ਲਿਆ, ਸਥਾਨ ਕਰ ਲਿਆ ਵਿਰਾਜਣ ਦਾ। ਦੰਬ ਦਹੇ ਜਿਹ ਸੋਏ ਰਹੇ। ਜਿਨ੍ਹਾਂ ਸਤਿਗੁਰਾਂ ਦਾ ਆ ਜਿਹੜਾ ਪਖੰਡ ਹੈ ਇਹਨੂੰ ਦਗਦ ਕਰ ਦਿੱਤਾ ਹੈ, ਪਖੰਡ ਨੂੰ ਨਾਸ ਕਰ ਰਹੇ, ਸਾੜ ਰਹੇ ਹੈ। ਮਹਾਰਾਜ ਜਿਵੇਂ ਵਿਰਾਜਮਾਨ ਹੋ ਕੇ ਲੇਟ ਰਹੇ, ਸੋ ਰਹੇ ਹਨ। ਤਿਹ ਧੌਲ ਦਿਸਾ ਕੀਏ ਪਾਵਨ ਪੈਰਾ। ਉਸ ਵੇਲੇ ਜਿਹੜੇ ਆਪਣੇ ਮਹਾਰਾਜ ਦੇ ਚਰਨ ਹੈ ਨਾ ਪਵਿੱਤਰ, ਇਹ ਜਿਹੜਾ ਧੌਲ ਕਾਬਾ ਮੰਦਰ ਹੈ, ਇਹ ਕਾਬੇ ਮੰਦਰ ਵੱਲ ਕਰ ਦਿੱਤੇ। ਜਾਮਨੀ ਜਾਮ ਰਹੀ ਜਬ ਹੀ ਇੱਕ। ਜਦੋਂ ਇਹ ਜਬ ਹੀ ਤੇ ਵਿਸ਼ਰਾਮ, ਜਦੋਂ ਪਹਿਰ ਰਾਤ ਰਹਿ ਗਈ ਹੈ। ਜੀਵਨ ਨਾਮ ਮੁੱਲਾ ਤਿਨ ਹੇਰਾ। ਜਾਮਨੀ ਜਾਮ ਰਹੀ ਜਬ ਹੀ, ਜਦੋਂ ਪਹਿਰ ਰਾਤ ਰਹਿ ਗਈ ਹੈ, ਭਾਵ 3 ਕੁ ਵੱਜ ਗਏ ਹਨ ਤੜਕੇ ਦੇ। ਇੱਕ ਜੀਵਨ ਨਾਮ ਮੁੱਲਾ ਤਿਨ ਹੇਰਾ। ਉੱਥੇ ਇੱਕ ਜੀਵਨ ਨਾਮ ਦਾ ਜਿਹੜਾ ਮੁੱਲਾ ਸੀ, ਉਸਨੇ ਵੇਖਿਆ ਵੀ ਆਹ ਕਿਹੜਾ ਪਿਆ ਜਿਹਨੇ ਜਿਹੜੇ ਆਪਣੇ ਚਰਨ ਪੈਰ ਕਾਬੇ ਮੰਦਰ ਵੱਲ ਕੀਤੇ ਹੋਏ ਹਨ। ਫੇਰਨ ਕੋ ਬੜਨੀ ਤਹ ਆਵਤ। ਕਿਉਂਕਿ ਉਹ ਰੋਜ਼ ਹੀ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਕਾਬੇ ਮੰਦਰ ਦੇ ਇਰਦ ਗਿਰਦ
ਝਾੜੂ ਫੇਰਨ ਆਇਆ ਕਰਦਾ ਸੀ। ਕ੍ਰੋਧ ਕਰਾ ਬਹੁ ਬੈਨ ਕਠੋਰਾ। ਉਸ ਨੇ ਵੇਖ ਕੇ ਗੁਰੂ ਸਾਹਿਬ ਜੀ ਨੂੰ ਵੀ ਇਹ ਕਿਵੇਂ ਲੰਮੇ ਪਏ ਹੋਏ ਕਾਬੇ ਮੰਦਰ ਵੱਲ ਆਪਣੇ ਪੈਰ ਕਰਕੇ ਬਹੁਤ ਕ੍ਰੋਧ ਕੀਤਾ, ਬੜੇ ਸਖਤੀ ਦੇ ਬਚਨ ਹੀ ਬੋਲਿਆ ਹੈ। ਦੋਹਰਾ ਲਾਤ ਪ੍ਰਹਾਰੀ ਪ੍ਰਭੂ ਕੋ। ਐਵੇਂ ਗੁੱਸਾ ਜਾ ਕਰਦਾ ਕਠੋਰ ਸਖਤ ਬਚਨ ਕਹਿੰਦਾ ਹੋਇਆ ਗੁਰੂ ਸਾਹਿਬ ਜੀ ਦੇ ਪਾਸ ਆਇਆ ਹੈ ਤੇ ਗੁਰੂ ਮਹਾਰਾਜ ਨੂੰ ਜਿਹੜੀ ਲੱਤ ਕੱਢ ਕੇ ਮਾਰੀ ਹੈ ਬੜੀ ਜ਼ੋਰ ਨਾਲ। ਜੀਵਨ ਅਤ ਮਤਹੀਨਾ। ਜੋ ਇਹ ਜੀਵਨ ਜਿਹੜਾ ਮੁੱਲਾ ਬਹੁਤ ਜਿਹੜਾ ਹੈ ਮੰਦੀ ਮਤ ਵਾਲਾ ਮਾੜਾ ਮੂਰਖ ਹੈ। ਬਹੁ ਬੋਲਤ ਦੁਰ ਬਚਨ ਕੋ। ਬਹੁਤ ਗੁਰੂ ਸਾਹਿਬ ਜੀ ਨੂੰ ਖੋਟੇ ਬਚਨ ਬੋਲਦਾ ਹੈ, ਬੋਲ ਕਬੋਲ। ਔਰ ਨਰਨ ਸਮਝੀਨਾ। ਹੋਰਾਂ ਮਨੁੱਖਾਂ ਸਮਾਨ ਜਾਣ ਕੇ ਜਿਵੇਂ ਕੋਈ ਆਮ ਮਨੁੱਖ ਨੂੰ ਗਾਲਾਂ ਕੱਢੀ ਦੀਆਂ ਇਸੇ ਤਰ੍ਹਾਂ ਵੀ ਇਹ ਵੀ ਕੋਈ ਆਮ ਹੀ ਪਿਆ ਹੋਇਆ ਮਨੁੱਖ ਹੋਰ ਆਮ ਮਨੁੱਖਾਂ ਵਾਂਗ ਸਮਝ ਕੇ ਮਹਾਰਾਜ ਨੂੰ ਖੋਟੇ ਬਚਨ ਹੀ ਬੋਲੀ ਜਾਂਦਾ। ਜੀਵਨ ਨਾਮੀ ਮੁੱਲਾ। ਕਬਿਤ ਕਿਤੋਂ ਤੇ ਆਏ ਕੋ ਹੈ ਮਤ ਅਨਜਾਨ। ਕਹਿੰਦਾ ਉਹ ਤੂੰ ਕਿੱਥੋਂ ਆਇਆ ਹੈ, ਤੇਰੀ ਅਕਲ ਮਤ ਕੈਸੀ ਅਣਜਾਣ ਹੈ, ਕੈਸਾ ਤੂੰ ਬੇਸਮਝ ਹੈ। ਮੰਦਰ ਰਸੂਲ ਦੇਸ ਚਰਨ ਪਸਾਰੇ ਹੈ। ਆ ਜਿਹੜੇ ਰਸੂਲ ਕਹੀਏ ਪੈਗੰਬਰ ਹੈ ਤੇ ਉਹ ਪੈਗੰਬਰ ਨੂੰ ਰਸੂਲ ਕਿਹਾ ਜਾਂਦਾ ਜਿਹੜੇ ਕੋਈ ਖੁਦਾ ਦੇ ਪਾਸੋਂ ਉਸ ਪਰਮੇਸ਼ਰ ਪਾਸੋਂ ਉਹਦਾ ਪੈਗਾਮ ਲੈ ਕੇ ਲੋਕਾਂ ਨੂੰ ਦੇਣ। ਜੋ ਲੋਕਾਂ ਵਾਸਤੇ ਪੈਗਾਮ ਲੈ ਕੇ ਆਇਆ ਉਹ ਹੁੰਦਾ ਹੈ ਪੈਗੰਬਰ, ਜੋ ਸੁਨੇਹਾ ਲੈ ਕੇ ਆਵੇ। ਆਪਾਂ ਇੱਧਰ ਜਿਹੜਾ ਅਵਤਾਰ ਕਹਿ ਦਿੰਦੇ ਆ ਵੀ ਅਵਤਾਰ ਆਇਆ ਹੈ, ਉੱਧਰ ਰਸੂਲ ਪੈਗੰਬਰ ਕਿਹਾ ਜਾਂਦਾ ਜਿਹੜਾ ਕੋਈ ਖੁਦਾ ਦਾ ਪੈਗਾਮ ਲੈ ਕੇ ਆਵੇ, ਸੁਨੇਹਾ ਲੈ ਕੇ ਆਵੇ, ਉਹ ਪੈਗੰਬਰ। ਕਹਿੰਦਾ ਵੀ ਆ ਕੈਸਾ ਹੈ ਤੂੰ, ਕਿੱਥੋਂ ਆਇਆ ਹੈ ਤੇ ਤੇਰੀ ਅਕਲ ਮਤ ਕੈਸੀ ਹੈ, ਬੇਸਮਝਾਂ ਵਾਲੀ। ਆ ਜਿਹੜਾ ਪੈਗੰਬਰਾਂ ਦਾ ਮੰਦਰ ਹੈ ਮੁਹੰਮਦ ਸਾਹਿਬ ਜੀ ਦਾ, ਤੂੰ ਉਧਰ ਕਿਵੇਂ ਆਪਣੇ ਚਰਨ ਫੈਲਾਏ ਹੋਏ ਆ, ਕੀਤੇ ਹੋਏ ਹਨ। ਕੌਣ ਹੈ ਇਮਾਨ ਤੇਰੋ, ਹਿੰਦੂ ਕਾ ਤੁਰਕ ਟੇਰੋ। ਆ ਤੇਰਾ ਧਰਮ ਕੀ ਹੈ, ਤੇਰਾ ਇਮਾਨ ਕੀ ਹੈ, ਤੂੰ ਹਿੰਦੂ ਹੈ ਕਿ ਮੁਸਲਮਾਨ, ਬੋਲ। ਉੱਠ ਕੇ ਨਿਕਸ ਦਿਨ ਤੋਹੇ ਦੁੱਖ ਵਾਰੇ ਹੈ। ਕਹਿੰਦਾ ਓਏ ਉੱਠ ਕੇ ਨਿਕਲ ਜਾ ਇੱਥੋਂ, ਤੇਰੇ ਜਿਹੜੇ ਦਿਨ ਦੁੱਖ ਵਾਲੇ ਆ ਗਏ, ਹੁਣ ਤੂੰ ਦੁੱਖ ਪਾਵੇਂਗਾ। ਐਸੇ ਥਾਨ ਕੌਣ ਕਾਜ ਆਇਓ ਤੈ ਨਿਲਾਜ ਦੌਰ। ਇਹ ਜਿਹੜਾ ਕਾਬਾ ਮੰਦਰ ਵਾਲਾ ਸਥਾਨ ਬੜਾ ਪਵਿੱਤਰ ਹੈ, ਇਹ ਥਾਂ ਤੇ ਕਿਸ ਕੰਮ ਵਾਸਤੇ ਤੂੰ ਆਇਆ ਹੈ? ਆ ਬੇਸ਼ਰਮਾ ਦੌੜ ਜਾ ਇੱਥੋਂ, ਨਿਕਲ ਜਾ ਤੂੰ। ਜਾਨੀ ਨਾ ਸਿਫਤ ਜੋ ਮੁਹੰਮਦ ਵਿਸਾਰੇ ਹੈ। ਅੱਜ ਜੋ ਇੰਨਾ ਤਕੜਾ ਮੁਹੰਮਦ ਪੈਗੰਬਰ ਹੈ ਉਹਦੀ ਤੂੰ ਸਿਫਤ ਸਲਾਹੀ ਨਹੀਂ ਜਾਣੀ ਹੈ, ਭੁਲਾਈ ਦਿੱਤੀ ਹੈ। ਸ਼੍ਰਵਣ ਸੁਨ ਬੈਨ ਗੁਣ ਐਨਾ, ਸ਼੍ਰਵਣ ਸੁਨ ਬੈਨ ਗੁਣ ਐਨ ਗਤ ਦਾਨ ਬੋਲੇ। ਸੁਣ ਕੇ ਕੰਨਾਂ ਵਿੱਚ ਜੀਵਨ ਮੁੱਲੇ ਦੇ ਬਚਨ ਜੋ ਗੁਣਾਂ ਦੇ ਘਰ ਹੈ ਦੇ ਮੁਕਤੀ ਦੇਣ ਵਾਲੇ ਗੁਰੂ ਸਾਹਿਬ ਜੀ ਬੋਲੇ ਹੈ। ਚਲਤ ਚਲਤ ਮਗ ਪਗ ਹਮ ਹਾਰੇ ਹੈ। ਮਹਾਰਾਜ ਕਹਿੰਦੇ ਵੀ ਇਹ ਮੁੱਲਾ ਸਾਡੇ ਸਫ਼ਰ ਬਹੁਤ ਲੰਬਾ ਸੀ, ਵੱਡਾ ਹੀ ਰਸਤਾ ਸੀ, ਜਿਹਦੇ ਕਰਕੇ ਚੱਲਦਿਆਂ ਰਸਤੇ ਵਿੱਚ ਸਾਡੇ ਜਿਹੜੇ ਚਰਨ ਹੈ ਉਹਦੇ ਪੈਰ ਸਾਡੇ ਹੰਬ ਹਾਰੀ ਗਏ, ਥੱਕੀ ਗਏ ਸਨ। ਕਬਿਤ ਚੱਲੇ ਪੰਥ ਭਇਓ ਸ਼ਰਮ, ਥਾਕ ਭਏ ਬਿਹਬਲ। ਉਹ ਰਸਤੇ ਵਿੱਚ ਅਸੀਂ ਚੱਲੇ ਸਾਂ ਬਹੁਤ ਤੇ ਜਿਸ ਕਰਕੇ ਥਕਾਵਟ ਹੋ ਗਈ, ਥੱਕ ਗਏ ਅਸੀਂ ਤੇ ਉਹ ਥਕੇ ਹੋਏ ਕਰਕੇ ਅਸੀਂ ਵਿਆਕਲ ਹੋ ਗਏ। ਕੋ ਸੁਧ ਰਹੀ ਨਹ ਪੈਰ ਕਿਤ ਕੀਜੀਏ। ਸਾਨੂੰ ਤੇ ਆਪਣੇ ਸਰੀਰ ਦੀ ਕਿਤੇ ਸੁੱਧ ਖਬਰ ਹੀ ਨਹੀਂ ਰਹਿ ਗਈ ਵੀ ਜਿਹੜੇ ਅਸੀਂ ਪੈਰ ਉਹ ਕਿੱਧਰ ਵੱਲ ਕੀਤੇ ਹੋਏ ਹੈ, ਆ ਪੈਰ ਅਸੀਂ ਕਿੱਧਰ ਕੀਤੇ ਹੋਏ ਸਾਨੂੰ ਤੇ ਖਬਰ ਹੀ ਨਹੀਂ, ਅਸੀਂ ਤੇ ਥੱਕੇ ਹੀ ਬਹੁਤ ਹਾਂ। ਭਇਓ ਅਨਜਾਨ ਦੋਸ਼ ਜਾਂ ਤੇ ਕੀਜਾ ਥੋਰੋ ਰੋਸ। ਇਸ ਕਰਕੇ ਜਿਹੜਾ ਦੋਸ਼ ਗੁਨਾਹ ਨਾ ਅਣਜਾਣ ਪੁਣੇ ਜੀ ਹੋ ਗਿਆ ਹੈ, ਇਸ ਕਰਕੇ ਮੁੱਲਾ ਜੀ ਸਾਡੇ ਤੇ ਜਿਹੜਾ ਰੋਸ ਥੋੜਾ ਹੀ ਕਰੋ, ਗੁੱਸਾ ਨਾ ਕਰੋ ਬਹੁਤਾ ਤੁਸੀਂ। ਐਸੋ ਅਬ ਕੀਜਾ ਮਮ ਚਰਨ ਗਹੀ ਜੀਏ। ਹੇ ਮੁੱਲਾ ਹੁਣ ਤੂੰ ਇਸ ਤਰ੍ਹਾਂ ਕਰ ਵੀ ਜੇ ਅਸੀਂ ਚਰਨ ਕੀਤੇ ਨਾ ਕਾਬੇ ਮੰਦਰ ਵੱਲ ਨੂੰ
ਆ ਸਾਡੇ ਤੂੰ ਚਰਨ ਫੜ ਲਾ। उठने को जोर ना है या ते कहों तुझ पाहे। ਕਿਉਂਕਿ ਸਾਡੇ ਵਿੱਚ ਤੇ ਬਲ ਨਹੀਂ ਰਹਿ ਗਿਆ ਹੈ ਚੱਲਣ ਦਾ, ਤੇ ਉੱਠਣ ਦਾ ਸਾਡੇ ਵਿੱਚ ਬਲ ਨਹੀਂ ਹੈ, ਜ਼ੋਰ ਨਹੀਂ ਹੈ, ਇਸ ਕਰਕੇ ਤੈਨੂੰ ਕਹਿ ਰਹੇ ਆ ऐचो निज हाथ संग और देश कीजिए। ਆਪਣੇ ਹੱਥਾਂ ਨਾਲ ਹੀ ਆ ਸਾਡੇ ਜਿਹੜੇ ਚਰਨ ਆ ਨਾ ਫੜ ਕੇ ਖਿੱਚ ਕੇ ਜੇ ਹੋਰ ਹੀ ਤਰਫ ਕਰ ਦੇ ਤੂੰ। आए परदेसी नह जान हम बात ऐसी। ਕਿਉਂਕਿ ਅਸੀਂ ਪ੍ਰਦੇਸ਼ ਤੋਂ ਪਰਦੇਸੀ ਆਏ ਹੋਏ ਆ, ਤੇ ਜਿਹੜਾ ਹੈ ਇੱਥੋਂ ਦੀ ਗੱਲਬਾਤ ਅਸੀਂ ਜਾਣਦੇ ਨਹੀਂ ਵੀ ਅਸੀਂ ਚਰਨ ਇੱਧਰ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ। जैसी भावै तैसी कर चित मैं ना खीजिए। ਇਸ ਕਰਕੇ ਜਿਹੜਾ ਹੈ ਮੁੱਲਾ ਜੀ, ਜੈਸੀ ਤੁਹਾਨੂੰ ਚੰਗੀ ਲੱਗਦੀ ਨਾ ਜੈਸੀ ਭਾਉਂਦੀ ਗੱਲ, ਉਸੇ ਤਰ੍ਹਾਂ ਹੀ ਚਿੱਤ ਵਿੱਚ ਕਰ ਲਓ। ਐਵੇਂ ਖਿੱਜੋ ਨਾ, ਚੀਚੀਆਂ ਨਾ ਲਾਓ, ਗਾਲਾਂ ਨਾ ਕੱਢੋ ਤੁਸੀਂ। दोहरा जित देश नहीं खुदाए घर। ਵਾਕਈ ਵੀ ਮੁੱਲਾ ਜਿਸ ਤਰਫ ਖੁਦਾ ਦਾ ਘਰ ਨਹੀਂ ਨਾ ਹੈਗਾ, ਜਿੱਧਰ ਪਰਮੇਸ਼ਰ ਹੈ ਹੀ ਨਹੀਂ ਹੈ। ਤੈਂ ਜਾਣਿਓ ਮਨ ਮਾਹੇ। ਵੀ ਤੂੰ ਮਨ ਵਿੱਚ ਜਾਣਿਆ ਵੀ ਫਲਾਣੇ ਥਾਂ ਖੁਦਾ ਨਹੀਂ ਹੈਗਾ, ਜਿਸ ਪਾਸੇ ਨਹੀਂ ਨਾ ਖੁਦਾ ਹੈਗਾ। ਕਰਹੁ ਮੁਲਾਨੇ ਤਿਤ ਦਿਸਾ। ਹੇ ਮੁਲਾਨੇ ਜੀਵਨ ਮੁੱਲਾ ਜੀ, ਉਸ ਤਰਫ ਹੀ ਸਾਡੇ ਜਿਹੜੇ ਚਰਨ ਤੂੰ ਕਰ ਦੇ। ਪਰਜਤ ਤੁਝ ਕੋ ਨਾਹੇ। ਅਸੀਂ ਨਹੀਂ ਤੈਨੂੰ ਰੋਕਾਂਗੇ, ਅਸੀਂ ਨਹੀਂ ਬੋਲਾਂਗੇ ਵੀ ਤੂੰ ਕਿਉਂ ਸਾਡੇ ਜਿਹੜੀਆਂ ਲੱਤਾਂ ਤੋਂ ਫੜ ਕੇ ਘਸੀਟਦਾ ਹੈ। ਜਿੱਧਰ ਖੁਦਾ ਨਹੀਂ ਨਾ ਹੈਗਾ ਉਧਰ ਸਾਡੇ ਚਰਨ ਕਰ ਦੇ। ਕਬੇਤ ਮੁੱਲਾ ਰੇ ਸਕੀਨੀ ਗਹਿ ਲੀਨ ਹੈ ਚਰਨ ਗੁਰ। ਮੁੱਲਾ ਨੂੰ ਤੇ ਬਹੁਤ ਗੁੱਸਾ ਹੀ ਚੜ ਗਿਆ ਹੈ। ਅੰਮ੍ਰਿਤ ਵੇਲਾ, ਤੜਕੇ ਦਾ ਵੇਲਾ ਹੈ। ਇਹ ਮੁੱਲਾ ਜਿਹੜਾ ਮਹਾਰਾਜ ਨੇ ਝਗੜਾ ਕਰ ਰਿਹਾ ਹੈ ਤੇ ਗੁੱਸਾ ਬਹੁਤ ਕੀਤਾ, ਤੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਚਰਨ ਇਹਨੇ ਫੜ ਲਏ ਹੈ, ਆ ਪੈਰਾਂ ਵਾਲੇ ਪਾਸਿਆਂ ਤੋਂ ਫੜ ਲਿਆ ਹੈ। ਬਾਲ ਸੋ ਕਸੀਟ ਔਰ ਦਿਸ਼ਾ ਪਰਮਾਏ ਹੈ। ਬੜਾ ਜਿੰਨਾ ਚ ਜ਼ੋਰ ਸੀ, ਜ਼ੋਰ ਲਾ ਕੇ ਗੁਰੂ ਸਾਹਿਬ ਨੂੰ ਘਸੀਟਿਆ ਹੈ। ਘਸੀਟ ਕਰਕੇ ਤੇ ਹੋਰ ਜਿਹੜੀ ਦਿਸ਼ਾ ਹੈ ਨਾ, ਉਲਟੀ ਦਿਸ਼ਾ, ਉਧਰ ਪਰਮਾਏ ਹੈ। ਚਰਨ ਫੜ ਕੇ ਲੱਤਾਂ ਤੋਂ ਖਿੱਚੇ ਹੈ। ਕਬ ਸੰਗ ਚੱਲਿਓ ਨੀਰ ਨੌਕਾ ਜਿਮ ਹਲਿਓ। ਜਦੋਂ ਇਹਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਕੇ ਲੱਤਾਂ ਤੋਂ ਪਰੇ ਕੀਤੇ ਨਾ ਦੂਜੇ ਪਾਸੇ ਵੱਲ, ਤੇ ਉਹ ਜਿਹੜਾ ਕਾਬਾ ਮੰਦਿਰ ਹੈ ਕਹਿੰਦੇ ਉਹ ਵੀ ਨਾਲ ਹੀ ਚੱਲ ਪਿਆ ਹੈ। ਜਿੱਧਰ ਚਰਨ ਕੀਤੇ ਉਧਰ ਹੀ ਉਹ ਕਾਬਾ ਮੰਦਿਰ ਚੱਲ ਪਿਆ ਹੈ। ਉਹ ਤੇ ਐਵੇਂ ਕਹਿੰਦੇ ਚੱਲਿਆ ਹੈ ਜਿਵੇਂ ਪਾਣੀ ਦੇ ਵਿੱਚ ਬੇੜੀ ਜਿਹੜੀ ਹੈ ਆ ਬਹੁਤ ਛੇਤੀ ਜਿਹੜੀ ਹਿੱਲ ਜਾਂਦੀ ਹੈ, ਚਾਰ ਚਫੇਰਾ ਕੱਢ ਦਿੰਦੀ ਹੈ ਬੇੜੀ। ਤਬ ਭਇਓ ਥਿਰ ਜਾਏ ਜਿਤ ਚਰਨ ਸੁਹਾਏ ਹੈ। ਉਸ ਵੇਲੇ ਜਿਹੜਾ ਹੈ ਜਦੋਂ ਮਹਾਰਾਜ ਦੇ ਜਿੱਥੇ ਚਰਨ ਸੋਭਨੀਕ ਹੁੰਦੇ ਹੈ, ਜਿਸ ਪਾਸੇ ਗੁਰੂ ਸਾਹਿਬ ਜੀ ਦੇ ਚਰਨ ਟਿਕਦੇ ਹੈ, ਉੱਥੇ ਹੀ ਉਹ ਜਿਹੜਾ ਕਾਬਾ ਮੰਦਿਰ ਸਥਿਤ ਹੋ ਜਾਂਦਾ ਹੈ। ਉੱਥੇ ਉਹ ਕਾਬਾ ਮੰਦਿਰ ਟਿਕ ਜਾਂਦਾ ਹੈ। ਹਟਿਓ ਜਬ ਦੇਖਿਓ ਜਿਤ ਪਗ ਤਿਤ ਕਾਬਾ ਗਇਓ। ਜਦੋਂ ਇਹ ਗੁਰੂ ਸਾਹਿਬ ਜੀ ਨੂੰ ਲੱਤਾਂ ਤੋਂ ਫੜ ਕੇ ਘਸੀਟ ਕੇ ਆ ਪਰੇ ਨੂੰ ਲੱਤਾਂ ਜੀਆਂ ਸੁੱਟ ਕੇ, ਤੇ ਇਹ ਜੀਵਨ ਮੁੱਲਾ ਨੇ ਮੁੜ ਕਰਕੇ ਪਿੱਛੇ ਵੱਲ ਦੇਖਿਆ ਹੈ, ਤੇ ਜਿੱਧਰ ਮਹਾਰਾਜ ਜੀ ਦੇ ਚਰਨ ਹੈ ਉਸੇ ਪਾਸੇ ਕਾਬਾ ਮੰਦਿਰ ਗਿਆ ਹੋਇਆ ਹੈ, ਨਾਲ ਹੀ ਕਾਬਾ ਮੰਦਿਰ ਘੁੰਮਿਆ ਹੋਇਆ ਹੈ। ਊਡ ਮਤ ਬਿਸਮ ਨਾ ਕਛੂ ਜਾਣ ਪਾਏ ਹੈ। ਮੂਰਖ ਮਤ ਵਾਲਾ ਕਹਿੰਦੇ ਹੈਰਾਨ ਹੋ ਗਿਆ, ਪਰ ਕੁਛ ਜਾਣ ਨਹੀਂ ਪਾ ਰਿਹਾ ਵੀ ਇਹ ਹੋ ਕੀ ਰਿਹਾ ਮੇਰੇ ਨਾਲ। ਹਾਥ ਬਿਖੇ ਪਾਏ ਜਿਉ ਜਿਉ ਹੋਤ ਸੋ ਡੁਲਾਏ ਮਾਨ। ਹੱਥਾਂ ਵਿੱਚ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਚਰਨ ਫੜ ਕੇ ਡੁਲਾਏ ਮਾਨ ਹੁੰਦਾ ਨਾ, ਵੀ ਹੱਥਾਂ ਨਾਲ ਚਲਾਉਂਦਾ ਹੈ, ਕਦੀ ਇੱਧਰ ਕਦੀ ਉੱਧਰ ਕਰਦਾ ਚਰਨ। ਜਿਉ ਤਿਉ ਧੌਲ ਸੰਗ ਸੁਮ ਨਾਰਨ ਡੁਲਾਏ ਹੈ। ਤਿਵੇਂ ਤਿਵੇਂ ਜਿਹੜਾ ਕਾਬਾ ਮੰਦਿਰ ਹੈ ਉਹਦੇ ਜਿਹੜੇ ਮਨਾਰੇ ਹੈ ਉਹ ਵੀ ਨਾਲ ਨਾਲ ਹੀ ਡੋਲਦੇ ਹੈ। ਉੱਧਰ ਉੱਧਰ ਹੀ ਗੁੰਬਜ ਜਿਹੜੇ ਕਾਬੇ ਮੰਦਿਰ ਦੇ ਉਹ ਹੋਈ ਜਾਂਦੇ ਹੈ। ਟੰਗੋਂ ਪਗੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਭਾਈ ਗੁਰਦਾਸ ਜੀ ਲਿਖਦੇ ਵੀ ਟੰਗਾਂ ਤੋਂ ਭਾਵ ਚਰਨਾਂ ਤੋਂ ਫੜ ਕੇ ਨੇ ਘਸੀਟਿਆ ਜੀਵਨ ਮੁੱਲਾ ਨੇ, ਕਿਉਂਕਿ ਅਣਜਾਣ ਸੀ, ਜਾਣਦਾ ਨਹੀਂ ਵੀ ਇਹ ਕਿਹਨੂੰ ਮੈਂ ਕਰ ਰਿਹਾ ਇੱਦਾਂ।
ਤੇ ਜਦੋਂ ਘਸੀਟਿਆ ਉਹ ਮੱਕਾ ਜਿਹੜਾ ਨਾਲ ਹੀ ਫਿਰੀ ਜਾਂਦਾ ਹੈ। ਇਹ ਮਹਾਰਾਜ ਨੇ ਸ਼ਕਤੀ ਦਿਖਾਈ ਹੈ। ਸਵਈਆ ਲੱਜਤ ਹੋਏ ਗਇਓ ਤਬ ਜੀਵਨ। ਇਹ ਜੀਵਨ ਮੁੱਲਾ ਵੀ ਇਹ ਕੀ ਹੋ ਰਿਹਾ, ਬੜਾ ਸ਼ਰਮਸ਼ਾਰ ਹੋ ਗਿਆ ਵੇਖ ਕੇ। ਭੇਦ ਕੋ ਜਾਣਤ ਹੈ ਨਾ ਗਵਾਰਾ। ਇਹ ਜੋ ਬੇਸਮਝ ਮੂਰਖ ਹੈ ਨਾ ਜੀਵਨ ਮੁੱਲਾ, ਮਹਾਰਾਜ ਜੀ ਦਾ ਭੇਦ ਨਹੀਂ ਜਾਣ ਰਿਹਾ ਵੀ ਇਹਦੇ ਖੁਦਾ ਹੀ ਆਪ ਹਨ। ਸ਼ੋਰ ਦਾਏ ਪਦ ਕਾਬਾ ਭਇਓ ਥਿਰ। ਜਦੋਂ ਗੁਰੂ ਸਾਹਿਬ ਜੀ ਦੇ ਚਰਨ ਛੱਡ ਦਿੱਤੇ ਹੈ, ਕਾਬਾ ਮੰਦਰ ਵੀ ਉੱਥੇ ਟਿਕ ਗਿਆ। ਉੱਥੇ ਹੀ ਉਹ ਜਿਹੜਾ ਕਾਬਾ ਮੰਦਰ ਖੜਾ ਹੋ ਗਿਆ ਹੈ। ਮੰਦਮਤੀ ਕੀ ਕਰੋਧ ਅਪਾਰਾ। ਮੰਦਮਤਾ ਜਿਹੜਾ ਅਕਲ ਮਤ ਨਾ ਜਿਹਦੀ ਬੜੀ ਮੰਦੀ ਜੀਵਨ ਮੁੱਲਾਂ ਦੀ, ਇਹਨੇ ਤੇ ਬਿਆੰਤੀ ਕਰੋਧ ਕੀਤਾ, ਗੁੱਸਾ ਹੋਰ ਆ ਗਿਆ ਇਸ ਨੂੰ। ਗੋ ਚੱਲੇ ਨਾ ਜਬੈ ਬਸ ਤਾਂ ਛਿਨ। ਉਸ ਸਮੇਂ ਜਦ ਇਹਦਾ ਕੋਈ ਜ਼ੋਰ ਨਹੀਂ ਨਾ ਚੱਲਿਆ, ਵਸ ਨਹੀਂ ਚੱਲਿਆ। ਪੂਰ ਕਠੋਰ ਹੋਇਆ ਬਚਨ ਉਚਾਰਾ। ਬਹੁਤ ਹੀ ਸਖਤ ਜਿਹਾ ਹੋ ਕੇ ਸਖਤੀ ਬਚਨ ਕਹਿਣ ਲੱਗਾ। ਬਹੁਤ ਗਾਲ ਮੰਦਾ ਕਰਦਾ ਇਹ। ਦੂਰਨ ਬਾਹਰ ਕੋ ਨਿਕਸੋ। ਕੀ ਕਹਿੰਦਾ, ਓਏ ਦਾ ਤੂੰ ਬੜੀ ਛੇਤੀ ਇਥੋਂ ਨਿਕਲ ਜਾਓ ਤੁਸੀਂ ਤਿੰਨੇ ਜਾਣੇ ਮੰਦਰ ਵਿੱਚੋਂ। ਰਹਿ ਬੇਹਿਤ ਲਾਓ ਨਾ ਥੋਰ ਅਵਾਰਾ। ਵੀ ਇੱਥੇ ਰਹਿ ਪਈਏ, ਟਿਕ ਜਾਈਏ, ਰਹਿਣ ਵਾਸਤੇ ਕੋਈ ਦੇਰੀ ਨਾ ਲਾਓ, ਆ ਨਿਕਲ ਜਾਓ ਇਥੋਂ ਛੇਤੀ ਛੇਤੀ। ਦੋਹਰਾ ਸੱਚ ਬਤਾਓ ਤੂੰ ਕੌਣ ਹੈ। ਫੇਰ ਕਹਿੰਦਾ ਮੈਨੂੰ ਦੱਸ ਵੀ ਆ ਤੂੰ ਕੌਣ ਹੈ। ਨਿੰਦਨ ਜਾਸੀ ਰੀਤ। ਕਿਉਂਕਿ ਤੇਰੀ ਜਿਹੜੀ ਰੀਤੀ ਮਰਿਆਦਾ ਨਾ, ਤੇਰੇ ਕੰਮ ਕੀਤੇ ਉਹਦੇ ਹਿੰਦੂਆਂ ਵਾਲੇ ਦਿਸ ਰਹੇ ਐ। ਮੁਸਲਮਾਨ ਕਿਉਂ ਕਰ ਸਕਾ। ਕਿਉਂਕਿ ਜਿਹੜਾ ਮੁਸਲਮਾਨ ਹੈ ਉਹ ਭਲਾ ਕਿਵੇਂ ਕਰ ਸਕਦਾ ਵੀ ਉਹਨੂੰ ਪਤਾ ਹੋਵੇ ਵੀ ਸਾਡਾ ਕਾਬਾ ਮੰਦਰ ਹੈ, ਸਾਡਾ ਸਥਾਨ ਪਵਿੱਤਰ ਹੈ। ਉਹ ਨਹੀਂ ਆਪਣੇ ਪੈਰ ਕਰਕੇ ਲੰਮੇ ਪੈ ਸਕਦਾ, ਮੁਸਲਮਾਨ ਨਹੀਂ ਐਵੇਂ ਕਰ ਸਕਦਾ। ਜੋ ਐਸੀ ਵਿਪਰੀਤ। ਜੋ ਇਸ ਤਰ੍ਹਾਂ ਦੀ ਉਲਟੀ ਰੀਤੀ ਤੁਸਾਂ ਨੇ ਕੀਤੀ, ਮੁਸਲਮਾਨ ਪੱਕਾ ਜੋ ਉਹਦੇ ਕਦੀ ਨਹੀਂ ਕਰ ਸਕਦਾ। ਸੁਬਹ ਵਕਤ ਕੀ ਸੈਨ ਕੋ। ਕਿਉਂਕਿ ਆ ਸਵੇਰ ਦਾ ਵਕਤ ਸੀ, ਅੰਮ੍ਰਿਤ ਵੇਲਾ, ਖੁਦਾ ਦਾ ਨਾਮ ਜਪਣ ਦਾ, ਤੇ ਤੁਸੀਂ ਲੰਮੀਆਂ ਤਾਣ ਕੇ ਜਿਹੜਾ ਸੁਣਾ ਕਰ ਰਹੇ ਹੋ, ਸੁੱਤੇ ਪਏ ਹੋ ਸਾਰੇ ਤਿੰਨੇ ਜਾਣੇ। ਜਾਣਤ ਨਹੀਂ ਨਿਵਾਜ। ਅੰਮ੍ਰਿਤ ਵੇਲਾ ਸੀ, ਸਵੇਰ ਦਾ ਵੇਲਾ ਸੀ, ਨਮਾਜ਼ ਪੜ੍ਹਨੀ ਚਾਹੀਦੀ ਸੀ ਤੁਹਾਨੂੰ ਜੇ ਮੁਸਲਮਾਨ ਹੁੰਦੇ, ਤੇ ਤੁਸੀਂ ਤੇ ਕੋਈ ਨਮਾਜ਼ ਨਹੀਂ ਪੜ੍ਹ ਰਹੇ, ਨਮਾਜ਼ ਪੜ੍ਹਨੀ ਜਾਣਦੇ ਨਹੀਂ ਹੋ। ਤੇ ਆਏ ਗਵਾਰ ਤੋਂ। ਉਹ ਗਵਾਰਾ ਬੇਸਮਝਾ ਕਿੱਥੋਂ ਆਇਆ ਹੈ ਤੂੰ। ਨਹ ਇਮਾਨ ਕੀ ਲਾਜ। ਆ ਜਿਹੜਾ ਧਰਮ ਹੁੰਦਾ, ਤੈਨੂੰ ਕੋਈ ਧਰਮ ਦੀ ਸ਼ਰਮ ਹੈ, ਲੱਜਾ ਹੈ ਕਿ ਨਹੀਂ। ਉੱਠ ਬੈਠੇ ਸ੍ਰੀ ਗੁਰ ਤਬਹ। ਗੁਰੂ ਸਾਹਿਬ ਜੀ ਉਸ ਵੇਲੇ ਕਿਹੜਾ ਕੋਈ ਸੁੱਤੇ ਹੋਏ ਸਨ, ਮਹਾਰਾਜ ਥੋੜਾ ਕਿਤੇ ਸੌਂਦੇ ਐ। ਗੁਰੂ ਮਹਾਰਾਜ ਸੁਣ ਕੇ ਤੇ ਉਸੇ ਵੇਲੇ ਉੱਠ ਬੈਠੇ। ਸਮਤੀ ਦੇਨ ਵਿਸਾਲ। ਜਿਹੜੀ ਬੜੀ ਸ੍ਰੇਸ਼ਟੀ ਅਕਲ ਮੱਤ ਹੈ ਨਾ, ਚੰਗੀ ਅਕਲ ਮੱਤ ਦੇਣ ਵਾਸਤੇ। ਕੀ ਕਰਨ ਨਿਵਾਜ ਕੋ। ਚੰਗੀ ਜਿਹੜੀ ਨਵਾਜ਼ ਪੜ੍ਹਨੀ ਹੈ, ਨਵਾਜ਼ ਗੁਜ਼ਾਰਨੀ, ਉਸ ਨਵਾਜ਼ ਪੜ੍ਹਨ ਨੂੰ 5 ਤਰ੍ਹਾਂ ਦੀ ਜਿਹੜੀ ਨਵਾਜ਼ ਹੈ ਵੀ ਉਹ ਕਿਹੜੀ 5 ਨਵਾਜ਼ਾਂ ਹੈ, ਕਿਸ ਤਰ੍ਹਾਂ ਪੜ੍ਹਨੀ ਚਾਹੀਦੀ ਨਵਾਜ਼, ਉਹ ਨਵਾਜ਼ ਕਿਹੜੀ ਮੁਸਲਮਾਨ ਨੂੰ ਕਰਨੀ ਚਾਹੀਦੀ, ਅਸਲੀ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹ ਚੰਗੀ ਜਿਹੜੀ ਨਵਾਜ਼ ਕਰਨ ਨੂੰ। ਸਲੋਕ ਤਹ ਕਾਲ। ਉਸ ਵੇਲੇ ਮਹਾਰਾਜ ਨੇ ਜਿਹੜਾ ਸਲੋਕ ਕਿਹਾ, ਸਲੋਕ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਵੀ ਜੀਵਨ ਮੁੱਲਾ, ਇਹ ਨਵਾਜ਼ ਨਹੀਂ ਜਿਹੜੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਆ ਸਜਦਾ ਕਰ ਲਿਆ, ਕੰਨਾਂ 'ਤੇ ਹੱਥ ਲਾ ਲਏ, ਗੋਡਿਆਂ 'ਤੇ ਲਾ ਲਏ, ਧਰਤੀ 'ਤੇ ਸਜਦਾ ਕਰ ਲਿਆ, ਖੱਬੇ ਕਰ ਲਈ ਗਰਦਨ, ਸੱਜੇ ਕਰ ਲਈ, ਹੱਥ ਤਾਂ ਕਰ ਲਏ। ਇਹ ਨਵਾਜ਼ ਨਹੀਂ, ਉਹ ਕਿਹੜੀ ਨਵਾਜ਼ ਮਹਾਰਾਜ ਦੱਸ ਰਹੇ ਹਨ। 5 ਨਿਵਾਜ਼ਾਂ ਵਕਤ 5। ਗੁਰੂ ਸਾਹਿਬ ਜੀ ਕਹਿੰਦੇ ਇਹ ਜੀਵਨ ਮੁੱਲਾ 5 ਨਿਵਾਜ਼ਾਂ ਹਨ ਪੜ੍ਹਨ ਵਾਲੀਆਂ,
ਪੰਜ ਹੀ ਉਹਨਾਂ ਦੇ ਵਕਤ ਹਨ, ਪੰਜ ਹੀ ਸਮਿਆਂ 'ਚ ਪੜ੍ਹੀ ਜਾਂਦੀ ਹੈ ਪੰਜ ਤਰ੍ਹਾਂ ਦੀ ਨਮਾਜ਼। ਪੰਜ ਪੰਜਾ ਨਾਉ। ਉਹ ਪੰਜਾਂ ਜਿਹੜੀਆਂ ਪੰਜਾਂ ਇੱਥੇ ਪਾੜ ਗਲਤ ਆ, ਪੰਜਾਂ ਪੰਜੇ ਨਾਓ, ਉਹਨਾਂ ਪੰਜਾਂ ਨਮਾਜ਼ਾਂ ਦੇ ਪੰਜ ਹੀ ਨਾਮ ਹੈ, ਪੰਜ ਸਮਿਆਂ 'ਚ ਹੀ ਪੜ੍ਹੀਆਂ ਜਾਂਦੀਆਂ। ਉਹ ਪੰਜ ਨਮਾਜ਼ਾਂ ਕਿਹੜੀਆਂ ਸਾਧ ਸੰਗਤ ਜੀ? ਇੱਕ ਤਾਂ ਹੈ ਫਜਰ ਦੀ ਨਮਾਜ਼, ਦੂਸਰੀ ਜ਼ੋਹਰ, ਤੀਸਰੀ ਅਸਰ, ਚੌਥੀ ਮਗਰਬ, ਪੰਜਵੀਂ ਲਾਇਸਾ। ਅਤੇ ਇਹ ਪੰਜੇ ਸਮੇਂ ਪੜ੍ਹੀਆਂ ਜਾਂਦੀਆਂ। ਜਿਹੜੀ ਫਜਰ ਦੀ ਨਮਾਜ਼ ਹੈ ਉਹਨੂੰ ਕਹਿੰਦੇ ਨਮਾਜ਼ੇ ਸੁਬਹ ਹੈ। ਉਹ ਸੂਰਜ ਚੜ੍ਹਨ ਤੋਂ ਪਹਿਲਾਂ ਨਮਾਜ਼ ਪੜ੍ਹੀ ਦੀ ਹੈ, ਸੂਰਜ ਪਹੁ ਫੁੱਟਣ ਤੋਂ ਪਹਿਲਾਂ ਇਹ ਨਮਾਜ਼ ਪੜ੍ਹੀ ਜਾਂਦੀ ਫਜਰ ਦੀ ਨਮਾਜ਼। ਦੂਸਰੀ ਜਿਹੜੀ ਜ਼ੋਹਰ, ਜਿਹਨੂੰ ਨਮਾਜ਼ੇ ਪੇਸ਼ੀਨੇ ਨਮਾਜ਼ ਕਹਿੰਦੇ ਹੈ, ਜਦੋਂ ਸੂਰਜ ਢਲਣ ਲੱਗਦਾ ਹੈ ਉਸ ਵੇਲੇ ਦੀ ਨਮਾਜ਼ ਹੈ। ਤੀਸਰੀ ਨਮਾਜ਼ ਹੈ ਅਸਰ, ਨਮਾਜ਼ੇ ਦੀਗਰ, ਅਤੇ ਇਹ ਨਮਾਜ਼ 4 ਘੜੀ ਦਿਨ ਰਹਿੰਦਿਆਂ ਭਾਵ ਲੋਢੇ ਵੇਲੇ ਪੜ੍ਹੀ ਜਾਂਦੀ ਹੈ। ਚੌਥੀ ਨਮਾਜ਼ ਹੈ ਮਗਰਬ, ਨਮਾਜ਼ੇ ਸ਼ਾਮ ਜਿਹਨੂੰ ਕਿਹਾ ਜਾਂਦਾ ਹੈ। ਇਹ ਸੂਰਜ ਛਿਪਣ ਤੋਂ ਲੈ ਕੇ ਤੇ ਅਸਮਾਨ ਦੀ ਸੁਰਖੀ ਮਿਟ ਜਾਣ ਤੱਕ ਇਹ ਨਮਾਜ਼ ਪੜ੍ਹੀ ਜਾਂਦੀ ਹੈ, ਭਾਵ ਸੂਰਜ ਜਦੋਂ ਛਿਪ ਜਾਂਦਾ ਹੈ ਉਸ ਤੋਂ ਬਾਅਦ। ਅਤੇ ਨਮਾਜ਼ੇ ਜਿਹੜੀ ਹੈ ਲਾਇਸਾ, ਜਿਹਨੂੰ ਨਮਾਜ਼ੇ ਖੁਫਤਨ ਕਿਹਾ ਜਾਂਦਾ ਹੈ, ਇਹ ਸੌਣ ਵੇਲੇ ਦੀ ਨਮਾਜ਼ ਹੈ, ਭਾਵ ਜਦੋਂ 4 ਘੜੀਆਂ ਰਾਤ ਚਲੀ ਜਾਂਦੀ ਹੈ ਉਸ ਵੇਲੇ ਪੜ੍ਹੀ ਜਾਂਦੀ ਨਮਾਜ਼। ਇਹ ਪੰਜ ਤਰ੍ਹਾਂ ਦੀ ਜਿਹੜੀ ਨਮਾਜ਼ ਹੈ, ਪੰਜ ਨਮਾਜ਼ਾਂ ਪੰਜ ਵਕਤ, ਪੰਜ ਹੀ ਵਕਤ ਇਹਨਾਂ ਦੇ ਪੜ੍ਹਨ ਦੇ, ਅਤੇ ਪੰਜੇ ਪੰਜਾ ਨਾਓ, ਜਿਹੜਾ ਹੈ ਪੰਜਾ ਪੰਜੇ ਨਾਓ, ਅਤੇ ਉਹ ਪੰਜ ਹੀ ਨਮਾਜ਼ਾਂ ਦੇ ਨਾਮ ਹਨ। ਪਹਿਲਾ ਸੱਚ ਹਲਾਲ ਦੋਏ। ਪਰ ਸਾਡੇ ਖਿਆਲਾਂ ਮੁਤਾਬਕ ਕਿਹੜੀ ਨਮਾਜ਼ ਹੈ ਮੁੱਲਾ? ਆ ਜਿਹੜਾ ਸੱਚ ਬੋਲਣਾ ਹੈ, ਸੱਚ ਪ੍ਰਤੱਗੀ ਰਹਿ ਕੇ ਸੱਚ ਬੋਲਣਾ, ਸੱਚ ਦੀ ਪ੍ਰਾਪਤੀ ਕਰਨੀ ਹੈ, ਇਹ ਪਹਿਲੀ ਨਮਾਜ਼ ਹੈ। ਦੂਸਰਾ ਜਿਹੜਾ ਹੱਕ ਹਲਾਲ ਦੀ ਕਮਾਈ ਕਰਕੇ ਖਾਣੀ, ਧਰਮ ਦੀ ਕਮਾਈ ਕਰਕੇ ਖਾਣੀ ਹੈ, ਇਹ ਦੂਸਰੀ ਨਮਾਜ਼ ਹੈ। ਤੀਜਾ ਖੈਰ ਖੁਦਾਏ। ਤੀਸਰਾ ਵੀ ਜਿਹੜਾ ਖੁਦਾ ਪਰਮੇਸ਼ਰ ਦੇ ਪਾਸੋਂ ਸਭ ਦੀ ਖੈਰ ਭਾਵ ਭਲਾ ਮਨਾਉਣਾ, ਭਲਾ ਮੰਗਣਾ ਵੀ ਮਹਾਰਾਜ ਫਲਾਣੇ ਦਾ ਵੀ ਭਲਾ ਹੋ ਜੇ, ਸਭ ਦਾ ਭਲਾ ਹੋਵੇ। ਤੀਸਰੀ ਇਹ ਨਮਾਜ਼ ਹੈ। ਜਾਂ ਤੀਜਾ ਖੈਰ ਖੁਦਾਏ, ਤੀਜੀ ਇਹ ਨਮਾਜ਼ ਹੈ ਵੀ ਜਿਹੜਾ ਖੁਦਾ ਦੇ ਨਾਮ 'ਤੇ ਖੈਰ ਦਾਨ ਪੁੰਨ ਕਰਨਾ, ਪੁੰਨ ਕਰਨਾ, ਦਾਨ ਕਰਨਾ। ਚੌਥੀ ਨੀਅਤ ਰਾਸ ਮਾਨਾ। ਚੌਥੀ ਨਮਾਜ਼ ਹੈ ਜਿਹੜੀ ਮਨ ਦੀ ਨੀਤ ਹੈ ਨਾ, ਉਹ ਰਾਸ ਕਹੀਏ ਸੱਚੀ ਸਾਫ ਸੁਥਰੀ ਰੱਖਣੀ, ਜਾਂ ਫਿਰ ਅਥਵਾ ਮਨ ਤੇ ਬੁੱਧੀ ਜਿਹੜੀ ਸਾਫ ਰੱਖਣੀ ਹੈ, ਇਹ ਚੌਥੀ ਜਿਹੜੀ ਹੈ ਨਮਾਜ਼ ਹੈ। ਪੰਜਵੀਂ ਸਿਫਤ ਸੁਨਾਏ। ਪੰਜਵੀਂ ਨਮਾਜ਼ ਹੈ ਜਿਹੜਾ ਸਲਾਹੁਣੇ ਯੋਗ ਪਰਮੇਸ਼ਰ ਹੈ, ਅਤੇ ਉਸ ਪਰਮੇਸ਼ਰ ਦੀ ਸੁਨਾਏ ਕਹੀਏ ਜਿਹੜੀ ਵਡਿਆਈ ਕਰਨੀ ਹੈ, ਇਹ ਪੰਜਵੀਂ ਨਮਾਜ਼ ਹੈ। ਜਾਂ ਫਿਰ ਪਰਮੇਸ਼ਰ ਦੀ ਸੁਨਾਏ ਕਹੀਏ ਸ਼ਨਾਖਤ ਕਰਨੀ ਹੈ, ਇਹੀਓ ਜਿਹੜਾ ਸਲਾਹੁਣੇ ਯੋਗ ਪਰਮੇਸ਼ਰ ਹੈ, ਸਿਫਤ ਦਾ ਘਰ ਹੈ, ਉਹਦੀ ਸ਼ਨਾਖਤ ਕਰਨੀ ਹੈ, ਪੰਜਵੀਂ ਨਮਾਜ਼ ਹੈ। ਇਸ ਤਰ੍ਹਾਂ ਪੰਜ ਨਮਾਜ਼ਾਂ ਕਰਨੀਆਂ ਹਨ। ਕਰਨੀ ਕਲਮਾ ਆਖ ਕੈ। ਜਿਹੜੀ ਨਮਾਜ਼ ਦੇ ਨਾਲ ਖੁਦਾ ਦੀ ਬੰਦਗੀ ਕਰਨੀ ਹੈ, ਕਮਾਈ ਕਰਨੀ ਹੈ, ਇਹ ਕਲਮਾ ਆਖ ਕੇ, ਇਹ ਕਲਮਾ ਪੜ੍ਹਨੀ ਹੈ। ਮੁਸਲਮਾਨਾਂ ਦਾ ਮੂਲ ਮੰਤਰ ਹੈ ਕਲਮਾ, ਇਹ ਕਲਮਾ ਨੂੰ ਆਖਣਾ ਕਰਨਾ ਹੈ। ਨਾ ਮੁਸਲਮਾਨ ਸਦਾਏ। ਤਾਂ ਤੇ ਉਹ ਜਿਹੜਾ ਇਹ ਗੁਣਾ ਵਾਲਾ ਨਾ, ਉਹ ਮੁਸਲਮਾਨ ਸਦਾ ਸਕਦਾ, ਕਹਾ ਸਕਦਾ ਹੈ। ਨਾਨਕ ਜੇਤੇ ਕੂੜਿਆਰ। ਗੁਰੂ ਸਾਹਿਬ ਜੀ ਕਹਿੰਦੇ ਬਾਕੀ ਹੋਰ ਜਿੰਨੇ ਵੀ ਹੈ ਨਾ ਇਹਨਾਂ ਗੁਣਾਂ ਤੋਂ ਹੀਣੇ, ਉਹਦੇ ਕੂੜਿਆਰ, ਝੂਠ ਦਾ ਘਰ ਹੀ ਹੈ ਮਨੁੱਖ। ਕੂੜਾ ਕੂੜੀ ਪਾਏ। ਉਹ ਝੂਠੇ ਜਿਹੜੇ ਲੋਕ ਹੈ, ਉਹ ਝੂਠੀ ਜਿਹੜੀ ਵਡਿਆਈ ਪਾਉਂਦੇ ਹੈ, ਪਾਤਬਰੂ ਸੋਭਾ। ਕੂੜੇ ਉਹ ਝੂਠੇ ਲੋਕ ਝੂਠ ਕਮਾਉਣ ਕਰਕੇ ਨਰਕੀ ਪਾਉਂਦੇ ਹਨ। ਬਿਤ
ਬੈਨ ਸੁਨ ਐਸੇ ਬਸ ਚਲਤ ਨ ਕੈਸੇ ਕਛ। ਇਸ ਤਰ੍ਹਾਂ ਦੇ ਮਹਾਰਾਜ ਦੇ ਬਚਨ ਸੁਣ ਕੇ ਹੁਣ ਜਿਹੜਾ ਮੁੱਲਾਂ ਦਾ ਕੋਈ ਬਸ ਤੇ ਚੱਲਦਾ ਨਹੀਂ ਹੈ। ਮੁੱਲਾ ਭਾਖੈ ਕਾਫਰਾ ਕਿਉ ਕੁਫਰ ਅਲਾਵਈ। ਜੀਵਨ ਮੁੱਲਾ ਕਹਿੰਦਾ ਉਹ ਕਾਫਰਾ, ਉਹ ਕਿਰਤ ਘਣਾ ਨ ਸ਼ੁਕਰਿਆ, ਕਿਉਂ ਤੂੰ ਝੂਠ ਬੋਲਦਾ ਹੈ। ਅੱਲਾ ਨੂੰ ਨਾ ਜਾਣੈ ਨਾ ਰਸੂਲ ਕੋ ਪਛਾਨੈ। ਅੱਲਾ ਨੂੰ ਨਹੀਂ ਤੂੰ ਜਾਣਦਾ, ਜਿਹੜੇ ਅੱਲਾ ਦੇ ਰਸੂਲ ਪੈਗੰਬਰ ਹੈ, ਪੈਗਾਮ ਲੈ ਕੇ ਆਏ ਹਜ਼ਰਤ ਮੁਹੰਮਦ ਸਾਹਿਬ ਵਰਗੇ, ਉਹਨਾਂ ਨੂੰ ਨਹੀਂ ਤੂੰ ਜਾਣਦਾ ਹੈ। ਤੇ ਇਹ 1.25 ਲੱਖ ਪੈਗੰਬਰ ਮੰਨਿਆ ਹੈ, 70 ਸਹਿ ਸਲਾਰ ਹੈ ਜਾ ਕੇ 1.25 ਲੱਖ ਪੈਗੰਬਰ ਤਾ ਕੇ। ਇਹ ਗੁਰਬਾਣੀ ਵਿੱਚ ਆਉਂਦਾ ਬਚਨ ਭਗਤ ਮਹਾਰਾਜ ਜੀ ਦਾ 1.25 ਲੱਖ ਪੈਗੰਬਰ ਮੰਨਿਆ ਹੈ। ਤੇ ਜਿਹੜਾ 17,000 ਇਹ ਜਿਹੜਾ ਹੈ ਉਹ ਫਰਿਸ਼ਤੇ ਮੰਨੇ ਹੈ। ਕਹਿੰਦਾ ਵੀ ਜਿਹੜਾ ਹੈ ਤੂੰ ਹੈ ਕਾਫਰਾ, ਝੂਠ ਹੀ ਬੋਲਦਾ, ਅੱਲਾ ਨੂੰ ਨਹੀਂ ਜਾਣਦਾ, ਜਿਹੜੇ ਪੈਗੰਬਰ ਰਸੂਲ ਉਹਨਾਂ ਨੂੰ ਨਹੀਂ ਜਾਣਦਾ ਹੈ। ਤੋ ਆਵੈ ਅਰ ਬੰਗ ਤਬ ਤੋ ਕੋ ਮਾਰ ਜਾਵਈ। ਜੇ ਕੋਈ ਆ ਗਿਆ ਨਾ ਹੁਣੇ ਅੜਬ ਜਿਹਾ ਆਦਮੀ, ਤੈਨੂੰ ਹੁਣੇ ਮਾਰ ਮੂਰ ਕੇ ਨੱਠ ਜਾਏਗਾ, ਮਾਰ ਜਾਏਗਾ ਤੈਨੂੰ ਜੇ ਅੜਬ ਜਿਹਾ ਆ ਗਿਆ ਆਦਮੀ। ਸੱਚ ਮਮ ਬਾਕ ਜਾਣਾ ਤੁਰਨ ਪਿਆਨ ਕੀਜੈ। ਇਸ ਕਰਕੇ ਮੇਰਾ ਬਚਨ ਮੰਨ ਲਾ, ਜੇ ਕੋਈ ਇੱਥੇ ਆ ਗਿਆ ਨਾ ਅੜਬ ਜਿਹਾ ਪੱਕਾ ਮੁਸਲਮਾਨ, ਤੈਨੂੰ ਮਾਰ ਦੇਵੇਗਾ। ਇਸ ਕਰਕੇ ਇੱਥੋਂ ਚਲਿਆ ਜਾ, ਭੱਜ ਜਾ ਇੱਥੋਂ ਤੂੰ। ਹਾਜੀ ਵੇਖ ਧਰਿਓ ਹਾਜੀ ਢੰਗ ਨਾ ਦਸਾਵਈ। ਹਾਜੀਆਂ ਵਾਲਾ ਲਿਬਾਸ ਤੇ ਤੂੰ ਧਰਿਆ ਹੈ, ਪਰ ਹਾਜੀਆਂ ਹੱਜ ਕਰਨ ਵਾਲਾ ਢੰਗ ਤੇ ਤੇਰਾ ਕੋਈ ਦਿਸਦਾ ਨਹੀਂ ਹੈ। ਭੇਦ ਨਹ ਜਾਣਿਓ ਹਿੰਦੂ ਜਨਮ ਪਛਾਨਿਓ। ਭੇਦ ਸਭ ਜਾਣਿਓ, ਆ ਤੇਰਾ ਮੈਂ ਸਾਰਾ ਭੇਦ ਜਾਣ ਲਿਆ, ਤੇਰਾ ਮੈਂ ਪਛਾਣ ਲਿਆ ਵੀ ਹਿੰਦੂਆਂ ਦੇ ਘਰ ਦਾ ਜਨਮ ਹੈ ਤੇਰਾ। ਆਇਓ ਕਿਹ ਕਾਜ ਨਹ ਸਿਦਕ ਕਮਾਵਈ। ਉਹ ਜੇ ਤੂੰ ਕਿਸ ਕੰਮ ਵਾਸਤੇ ਆਇਆ, ਜੇ ਤੂੰ ਸਿਦਕ ਹੀ ਨਹੀਂ ਕਮਾ ਸਕਦਾ, ਤੈਨੂੰ ਸਬਰ ਹੀ ਨਹੀਂ ਹੈ, ਮੁਹੰਮਦ ਸਾਹਿਬ ਤੇ ਯਕੀਨ ਹੀ ਨਹੀਂ ਹੈ, ਫਿਰ ਕਿਸ ਕੰਮ ਵਾਸਤੇ ਮੰਦਰ ਕਾਬੇ ਆਇਆ ਹੈ ਤੂੰ। ਸਵਈਆ ਔਰ ਭਾਈ ਇਬਤਾਹੇ ਕੋ ਬੋਲਤ। ਇਹ ਜਿਹੜਾ ਜੀਵਨ ਮੁੱਲਾ ਨੂੰ ਬੋਲਦਿਆਂ ਬੋਲਦਿਆਂ ਸਵੇਰ ਹੀ ਚੜ੍ਹ ਆਈ, ਸੂਰਜ ਹੀ ਨਿਕਲ ਆਇਆ ਹੈ। ਆਵਤ ਭੇ ਪੁਨ ਔਰ ਮਲਾਨੇ। ਉਧਰ ਦਿਨ ਚੜੇ ਕਰਕੇ ਜਿਹੜੇ ਹੋਰ ਮਲਾਣੇ ਆ ਉਹ ਵੀ ਆ ਇਕੱਠੇ ਹੋ ਗਏ। ਵੇਖ ਧੌਲਰ ਆਨ ਸਥਾਨ ਭਇਓ। ਉਹਨਾਂ ਨੇ ਕੀ ਆ ਕੇ ਵੇਖਿਆ ਵੀ ਜਿਹੜਾ ਕਾਬਾ ਮੰਦਰ ਹੈ ਉਹ ਤੇ ਹੋਰ ਸਥਾਨ ਤੇ ਹੋ ਗਿਆ ਹੈ, ਉਥੋਂ ਹਿੱਲ ਕੇ ਹੋਰ ਪਾਸੇ ਟਿਕਿਆ ਹੋਇਆ ਹੈ। ਇਹ ਕਾਰਨ ਤੇ ਔਰ ਮੈਂ ਬਿਸਮਾਨੇ। ਹਿਰਦੇ ਵਿੱਚ ਅਚਰਜ ਹੁੰਦੇ ਵੀ ਆਹ ਕਿਸ ਕਾਰਨ ਵਾਸਤੇ ਕਾਬਾ ਮੰਦਰ ਤੇ ਇੱਥੇ ਸੀ, ਇੱਧਰ ਕਿਵੇਂ ਚਲਿਆ ਗਿਆ ਹੈ, ਇਹ ਕੀ ਹੋ ਗਿਆ ਹੈ, ਬੜਾ ਹੈਰਾਨ ਹੋ ਰਹੇ ਹੈ। ਮਿਲ ਬ੍ਰਿੰਦ ਭਾਏ ਇੱਕ ਠੌਰ ਜਬੈ। ਜਦੋਂ ਇਹ ਮੁੱਲਿਆਂ ਦਾ ਟੋਲਾ ਸਾਰੇ ਇਕੱਠੇ ਹੋ ਕੇ ਮਿਲ ਕੇ ਇੱਕ ਥਾਂ ਤੇ ਜਦੋਂ ਹੋ ਗਏ, ਤਬ ਜੀਵਨ ਜਾਏ ਕੈ ਬੈਨ ਬਖਾਨੇ। ਉਸ ਵੇਲੇ ਜਿਹੜਾ ਜੀਵਨ ਮੁੱਲਾ ਨਾ ਬੜਾ ਅੱਕਿਆ ਸਤਿਆ ਹੋਇਆ, ਇਹਨੇ ਜਾ ਕੇ ਬਚਨ ਕਿਹਾ ਸਭ ਮੁੱਲਿਆਂ ਨੂੰ। ਇੱਕ ਕਾਫਰ ਰਹਿਨ ਕੋ ਸਾਨ ਕੀਏ। ਕਹਿੰਦੇ ਵੀ ਆ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਵੀ ਕਾਬਾ ਹਿੱਲਿਆ ਹੋਇਆ ਆਪਣੇ ਸਥਾਨ ਤੇ ਨਹੀਂ ਹੈ, ਇੱਕ ਕਾਫਰ ਸੀ ਹਿੰਦੂ, ਤੇ ਉਹ ਰਾਤ ਨੂੰ ਉਹਨੇ ਸੌਣਾ ਕੀਤਾ ਹੋਇਆ ਸੀ। ਬਾਗ ਕਾਬੇ ਦਿਸ਼ਾ ਆਪਣੇ ਠਹਿਰਾਨੇ। ਤੇ ਸੌਣ ਵੇਲੇ ਜਿਹੜੇ ਉਹਨੇ ਆਪਣੇ ਚਰਨ ਹੈ, ਆਪਣੇ ਪੈਰ ਹੈ, ਕਾਬੇ ਮੰਦਰ ਦੀ ਤਰਫ ਵੱਲ ਕੀਤੇ ਹੋਏ ਸਨ। ਸਵਈਆ ਮੈਂ ਬਹੁ ਬਾਰ ਹਟਾਏ ਰਹਿਓ। ਮੈਂ ਤੇ ਬਹੁਤ ਵਾਰ ਹਟਾ ਰਿਹਾ, ਬੜਾ ਬੋਲਿਆ ਕਿ ਆ ਕੀ ਕੀਤਾ ਤੂੰ। ਜਬ ਮਾਨੇ ਨਾ ਬੈਨ ਗਹੇ ਪਗ ਦੋ। ਜਦੋਂ ਮੇਰੇ ਕਹਿਣ ਕਰਕੇ ਮੇਰੇ ਬਚਨ ਨਹੀਂ ਨਾ ਮੰਨੇ, ਫਿਰ ਉਸ ਵੇਲੇ ਮੈਂ ਉਹਦੇ ਦੋਵੇਂ ਹੀ ਚਰਨ ਫੜ ਕੇ, ਪੈਰ ਫੜ ਕੇ, ਕੀਨ ਘਸੀਟਣ ਜੋਰ ਕੇ ਸੰਗ। ਜਿੰਨਾ ਮੇਰੇ ਕੋਲ ਜ਼ੋਰ ਹੈ ਸੀ, ਜ਼ੋਰ ਨਾਲ ਹੀ ਮੈਂ ਉਹਨਾਂ ਨੂੰ ਘਸੀਟਣਾ ਕੀਤਾ, ਘਸੀਟਿਆ ਪੂਰਾ। ਕਰੇ ਦਿਸ ਦੂਸਰੀ ਮੈਂ ਤਬ ਸੋ। ਉਸ ਵੇਲੇ ਮੈਂ ਟੰਗਾਂ ਤੋਂ ਫੜ ਕੇ ਜਿਹੜੀ ਦੂਸਰੀ ਤਰਫ ਹੈ ਉਧਰ ਕਰ ਦਿੱਤਾ। ਦੇਖਿਓ ਜਬੈ ਫਿਰ ਧੌਲਰ ਕੋ। ਜਦੋਂ ਮੈਂ
ਟੰਗਾਂ ਤੋਂ ਫੜ ਕੇ ਪਰੇ ਕੀਤਾ ਹੈ। ਤੇ ਮੈਂ ਮੁੜ ਕੇ ਪਿਛਾਂ ਵੱਲ ਦੇਖਿਆ ਕਾਬੇ ਵੱਲ ਨੂੰ। ਇਹ ਪੈਰ ਦਿਸ਼ਾ ਕੋ ਸਨਮੁਖ ਹੋ। ਉਸ ਦੇ ਜਿਹੜੇ ਪੈਰ ਫਿਰ ਕਾਬੇ ਦੀ ਤਰਫ ਹੀ ਹੋਏ ਪਏ ਸਨ, ਸਾਹਮਣੇ ਵੱਲ। ਕਾਬਾ ਮੰਦਿਰ ਫਿਰ ਉਹਨਾਂ ਦੇ ਪੈਰਾਂ ਵਾਲੀ ਸੀ। ਮੰਤਰ ਪਰਬੀਨ ਕੇ ਜੰਤਰਨ ਕੀਨਾ। ਮੈਨੂੰ ਤੇ ਐਵੇਂ ਲੱਗ ਰਿਹਾ ਵੀ ਉਹ ਮੰਤਰਾਂ ਵਿੱਚ ਵੀ ਬੜਾ ਸਿਆਣਾ ਆ, ਧਾਗੇ ਤਵੀਤਾਂ ਜੰਤਰਾਂ ਵਿੱਚ ਵੀ ਬੜਾ ਸਿਆਣਾ, ਜੰਤਰ ਵੀ ਚੰਗੇ ਕਰ ਲੈਂਦਾ ਹੈ। ਉਹਨੇ ਜੰਤਰ ਹੀ ਕੀਤਾ ਜਾਂ ਮੰਤਰ ਕੀਤਾ ਹੋਇਆ ਹੈ। ਵਿਸਾਲ ਕਰਾ ਮੈਂ ਕਿਦੋਂ ਇਹ ਕੋ। ਜਾਂ ਤੇ ਇਹ ਕੋਈ ਬਹੁਤ ਤਕੜੀ ਸ਼ਕਤੀ ਵਾਲਾ, ਤਾਕਤ ਵਾਲਾ ਹੀ ਹੈ। ਦੋਹਰਾ ਤਿਹ ਕੀ ਸੁਧ ਨਹਿ ਮੋਹਿ ਕੋ। ਉਸ ਦੀ ਤੇ ਮੈਨੂੰ ਕੋਈ ਖਬਰ ਸਾਰ ਨਹੀਂ ਵੀ ਉਹ ਕੌਣ ਹੈ। ਚਲੋ ਪਿਖੋ ਅਬ ਤਾਹੇ। ਆ ਚੱਲੋ ਮੇਰੇ ਨਾਲ ਤੇ ਉਸ ਨੂੰ ਵੇਖੋ, ਸਾਹਮਣੇ ਪਏ ਹੋਏ ਲੰਮੀਆਂ ਤਾਣ ਕੇ। ਹਿੰਦੂ ਜਨਮ ਕੇ ਤੁਰਕ ਕੋ। ਆ ਵੇਖੋ ਜਾ ਕੇ ਵੀ ਉਹਦਾ ਹਿੰਦੂ ਦਾ ਜਨਮ ਹੈ ਕਿ ਜਾਂ ਤੁਰਕਾਂ ਦੇ ਘਰ ਦਾ ਜਨਮ ਹੈ। ਅਬ ਲਗ ਜਾਣਿਓ ਨਾਹੇ। ਹੁਣ ਤੱਕ ਮੇਰੇ ਕੋ ਤੇ ਜਾਣਿਆ ਨਹੀਂ ਗਿਆ, ਕਿਉਂਕਿ ਗੁਰੂ ਸਾਹਿਬ ਦਾ ਲਿਬਾਸ ਹੀ ਐਸਾ ਸੀ। ਜੰਨੂ ਹੀ ਉਹ ਜਨੇਊ ਹੀ ਪਾਇਆ ਸੀ, ਤਿਲਕ ਵੀ ਲਾਇਆ ਸੀ, ਹੱਥ ਵਿੱਚ ਸੋਟਾ, ਬਗਲ ਵਿੱਚ ਕਿਤਾਬ ਸੀ। ਪਛਾਣਿਆ ਨਹੀਂ ਸੀ ਜਾਂਦਾ ਵੀ ਹੱਜ ਕਰਨ ਵਾਲਾ ਹਾਜੀ ਹੈ ਕਿ ਜਾਂ ਹਿੰਦੂ ਆਇਆ ਹੈ ਕੋਈ। ਕਬੇਤ ਸੁਨ ਕੈ ਮੁਸਲਮਾਨ ਮਨ ਬਿਸਮਾਨੇ ਸਭ। ਸੁਣ ਕੇ ਜਿਹੜਾ ਇਹ ਮੁੱਲੇ ਹੈ ਮੁਸਲਮਾਨ ਬੜੇ ਹੈ ਮਨ ਵਿੱਚ ਅਸਚਰਜ ਹੋਏ ਹੈ ਸਾਰੇ। ਕਰੁਣਾ ਨਿਧਾਨ ਕੇ ਸਮੀਪ ਚੱਲ ਆਵਈ। ਕਿਰਪਾ ਦੇ ਜੋ ਸਮੁੰਦਰ ਹੈ ਨਾ ਗੁਰੂ ਨਾਨਕ ਸਾਹਿਬ, ਉਹਨਾਂ ਦੇ ਪਾਸ ਟੋਲਾ ਚੱਲ ਕੇ ਆ ਗਿਆ। ਪੀਰ ਜੇ ਮੁਲਾਨੇ ਕਾਜੀ ਪਖ ਮੈਂ ਮਹਾਨੇ। ਇਹ ਜੋ ਮੁੱਲਿਆਂ ਪੀਰਾਂ ਦਾ ਟੋਲਾ ਸੀ, ਇਹ ਜਿਹੜੇ ਪੀਰ ਤੇ ਮੁੱਲੇ ਕਾਜੀ ਆਪਣੇ ਪੱਖ ਵਿੱਚ ਦੇ ਬਹੁਤ ਤਗੜੇ ਸਨ, ਚੰਗੇ ਅਹੁਦਿਆਂ ਵਾਲੇ ਸਨ। ਉਹਦੇ ਦੇਖ ਦੇਖ ਕਾਬੇ ਔਰ ਹਿਰਦੇ ਬਿਸਮਾਵਈ। ਗੁਰੂ ਸਾਹਿਬ ਜੀ ਦੇ ਕਾਬੇ ਮੰਦਰ ਵੱਲ ਚਰਨ ਦੇਖ ਦੇਖ ਕੇ ਦੇ ਬਹੁਤ ਅਚਰਜ ਹੁੰਦੇ ਆ ਵੀ ਆ ਕੀ ਭਾਣਾ ਵਰਤਾਇਆ ਹੈ। ਕਾਬੇ ਮੰਦਰ ਵੱਲ ਪੈਰ ਕੀਤੇ ਹੋਏ ਹਨ। ਬੈਠੇ ਆਨ ਚਾਰੋ ਦੇਸ਼ ਬਜ਼ੁਰਗ ਬੋਲੇ ਤਬ। ਉਸ ਵੇਲੇ ਚਾਰੋਂ ਤਰਫ ਹੀ ਮਹਾਰਾਜ ਦੇ ਆਣ ਕੇ ਬਜ਼ੁਰਗ ਵੱਡੀ ਵੱਡੀ ਉਮਰ ਦੇ ਆ ਬੈਠੇ ਤੇ ਬੋਲੇ। ਹਿੰਦੂ ਕੇ ਤੁਰਕ ਤੁਮ ਰਹੋ ਕਹਿ ਥਾਵਈ। ਕਹਿੰਦੇ ਵੀ ਆ ਤੂੰ ਹਿੰਦੂ ਹੈ ਕਿ ਜਾਂ ਤੁਰਕ ਹੈ, ਕਿਸ ਥਾਂ ਰਹਿਣਾ ਹੈ। ਰੀਤ ਨਾ ਮੁਸਲਮਾਨ ਕਾਬੇ ਦੇਸ਼ ਪੈਰ ਕੀਨੇ। ਕਿਉਂਕਿ ਤੇਰੀ ਜਿਹੜੀ ਰੀਤੀ ਮਰਿਆਦਾ ਦੇ ਮੁਸਲਮਾਨਾਂ ਵਾਲੀ ਕੋਈ ਹੈ ਨਹੀਂ ਹੈ, ਕਾਬੇ ਦੀ ਤਰਫ ਤੂੰ ਪੈਰ ਕੀਤੇ ਹੋਏ ਐ। ਸੁਨਿਓ ਗੁਰੂ ਨਾਨਕ ਸਲੋਕ ਕੋ ਅਲਾਵਈ। ਸੁਣ ਕੇ ਗੁਰੂ ਸਾਹਿਬ ਜੀ ਨੇ ਨਾ ਮੁੱਲਿਆਂ ਪਾਸੋਂ ਤੇ ਜਿਹੜਾ ਹੈ ਮਹਾਰਾਜ ਨੇ ਸ਼ਲੋਕ ਉਸ ਵਕਤ ਉਚਾਰਨ ਕੀਤਾ ਧੁਰਕੀ ਬਾਣੀ ਦਾ। ਸਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ। ਮਹਾਰਾਜ ਕਹਿੰਦੇ ਜਿਹੜੀ ਆ ਮਿਹਰ ਕਰਨੀ ਨਾ ਜੀਆਂ ਤੇ ਦਇਆ ਕਰਨੀ ਹੈ, ਜੀ ਜਿਹੜਾ ਢਲ ਕੇ ਰਹਿਣਾ, ਹਰ ਇੱਕ ਤੇ ਤਰਸ ਕਰਨਾ, ਇਹ ਮਸੀਤ ਹੈ, ਅਸਲੀ ਮਸੀਤ ਹੈ। ਇਹ ਮਸੀਤ ਜਿਹੜੀ ਮਿਹਰ ਕਰਨੀ ਹੈ, ਹਰ ਇੱਕ ਤੇ ਜਿਹੜਾ ਤਰਸ ਕਰਨਾ ਹੈ, ਦਇਆ ਵਾਲੇ ਹੋ ਕੇ ਰਹਿਣਾ, ਜੀਆਂ ਤੇ ਜਿਹੜੀ ਮਿਹਰਬਾਨੀ ਕਰਨੀ ਹੈ, ਇਹ ਮਸੀਤ ਹੈ ਅਸਲ। ਜਿਹੜਾ ਸਿਦਕ ਹੈ, ਸਿਦਕ ਰੱਖਣਾ, ਉਸ ਪਰਮੇਸ਼ਰ ਤੇ ਭਰੋਸਾ ਰੱਖਣਾ, ਇਹ ਮੁਸੱਲਾ ਹੈ। ਜਿਹਦੇ ਉੱਪਰ ਬੈਠ ਕੇ ਨਮਾਜ਼ ਪੜ੍ਹੀ ਜਾਂਦੀ, ਉਹ ਸਾਫ ਹੁੰਦੀ ਗਲੀਚਾ, ਇਹ ਮੁਸੱਲਾ ਹੈ ਵਿਛਾਉਣ ਵਾਲਾ, ਥੱਲੇ ਸਿਦਕ ਰੱਖਣਾ ਜਿਹੜਾ ਪਰਮੇਸ਼ਰ ਤੇ। ਹੱਕ ਹਲਾਲ ਕੁਰਾਨ। ਜਿਹੜਾ ਹੱਕ ਹਲਾਲ ਦੀ ਕਮਾਈ ਕਰਨੀ, ਮਿਹਨਤ ਮਸ਼ੱਕਤ ਕਰਨੀ, ਇਹੋ ਕੁਰਾਨ ਦਾ ਪੜ੍ਹਨਾ ਹੈ। ਜਿਹੜਾ ਹੱਕ ਸੱਚ ਬੋਲਣਾ, ਇਹ ਕੁਰਾਨ ਦਾ ਪੜ੍ਹਨਾ ਹੈ। ਹਲਾਲ ਜਿਹੜੀ ਹੈ, ਹੱਕ ਹਲਾਲ ਦੀ ਕਮਾਈ ਕਰਨੀ, ਸੱਚ ਦੀ ਕਮਾਈ ਕਰਨੀ, ਇਹੋ 2.5 ਛੁਰੀਆਂ ਫੇਰ ਕੇ ਉਹ ਖਾਣਾ ਹੈ, ਭੋਜਨ ਛਕਣਾ ਹੈ। ਇਹ ਕੁਰਾਨ ਪੜ੍ਹਨਾ, ਜਿਹੜਾ ਸੱਚ ਬੋਲਣਾ ਹੈ ਤੇ ਹਲਾਲ ਦੀ ਕਮਾਈ ਖਾਣੀ ਹੈ, ਹੱਕ ਸੱਚ ਦੀ। ਸਰਮ ਸੁਨਤ ਸੀਦ ਰੋਜਾ। ਜਿਹੜੇ ਵਿਕਾਰਾਂ ਵਿਸ਼ਿਆਂ ਵੱਲੋਂ ਸ਼ਰਮ ਕਰਨੀ ਹੈ, ਇਹੋ ਸੁਨਤ ਕਰਨੀ ਹੈ। ਜਾਂ ਜਿਹੜੇ ਸੰਸਾਰ ਦੇ ਭੋਗਾ ਪਦਾਰਥਾਂ ਵੱਲੋਂ ਵਿਰਾਗ ਰੱਖਣਾ, ਵਿਰਾਗ ਕਰਨਾ, ਇਹ ਸੁਨਤ ਕਰਨੀ ਹੈ।
ਸੀਲ ਸੁਭਾਅ ਰੱਖਣਾ, ਨਰਮ ਰਹਿਣਾ, ਨਿਮਰਤਾ ਸੁਭਾਅ ਵਾਲੇ ਇਹੋ ਰੋਜ਼ੇ ਰੱਖਣੇ ਹਨ। ਓਹੋ ਮੁਸਲਮਾਨ ਹੇ ਮੁੱਲਾ ਜੀ ਐਸੇ ਮੁਸਲਮਾਨ ਹੋਣਾ ਕਰੋ ਤੁਸੀਂ। ਕਰਨੀ ਕਾਬਾ ਸੱਚ ਪੀਰ ਜਿਹੜੀ ਉਸ ਖੁਦਾ ਦੀ ਬੰਦਗੀ ਕਰਨ ਰੂਪ ਕਮਾਈ ਕਰਨੀ ਹੈ, ਇਹੋ ਕਾਬਾ ਹੈ, ਅਸਲ ਕਾਬਾ ਮੰਦਰ ਹੈ। ਜਿਹੜਾ ਸੱਚ ਬੋਲਣਾ ਹੈ, ਸੱਚ ਪਰਮੇਸ਼ਰ ਦੀ ਪ੍ਰਾਪਤੀ ਕਰਨੀ, ਇਹ ਮਹਾਨ ਪੀਰ ਹੈ ਵੱਡਾ। ਕਲਮਾ ਕਰਮ ਨਿਵਾਜ ਜਿਹੜੇ ਨਿਸ਼ਕਾਮ ਕਰਮ ਕਰਨੇ, ਇਹੋ ਕਲਮਾਂ ਦਾ ਪੜ੍ਹਨਾ ਹੈ ਜਾਂ ਕਰਮ ਕਿਰਪਾ ਕਰਨੀ ਹੈ, ਸਭ ਉੱਪਰੇ ਕਲਮਾ ਪੜ੍ਹਨੀ ਹੈ। ਜਿਹੜੀ ਨਿਮਰਤਾ ਰੱਖਣੀ, ਇਹ ਨਵਾਜ਼ ਪੜ੍ਹਨੀ ਹੈ। ਤਸਬੀਹ ਸਾ ਤਿਸ ਭਾਵਸੀ ਤਸਬੀਹ ਮਾਲਾ ਉਹਨਾਂ ਦੀ ਫੇਰੀ ਹੋਈ ਉਸ ਪਰਮੇਸ਼ਰ ਨੂੰ ਭਾਉਂਦੀ ਚੰਗੀ ਲੱਗਦੀ ਹੈ। ਨਾਨਕ ਰੱਖੈ ਲਾਜ ਫਿਰ ਉਹ ਮਹਾਰਾਜ ਪਰਮੇਸ਼ਰ ਖੁਦਾ ਉਹਨਾਂ ਦੀ ਲਾਜ ਰੱਖਦਾ ਹੈ, ਜਿਨ੍ਹਾਂ ਦੀ ਉਹਨਾਂ ਨੂੰ ਫੇਰੀ ਹੋਈ ਮਾਲਾ ਭਾ ਜਾਂਦੀ ਹੈ। ਜਾਂ ਨਾ ਤਸਬੀਹ ਸਾਤ ਸੁਭਾਵ ਸੀ ਕਿ ਜਿਹੜੇ ਸ਼ਾਂਤੀ ਵਾਲਾ ਸੁਭਾਅ ਰੱਖਦੇ ਨਾ, ਸ੍ਰੇਸ਼ਟ ਸ਼ਾਂਤ ਰਹਿੰਦੇ ਹੈ, ਉਹਨਾਂ ਦੀ ਮਾਲਾ ਫੇਰਨੀ ਹੈ। ਜਿਹੜੀ ਸ਼ਾਂਤੀ ਰੱਖਣੀ ਹੈ, ਮਾਲਾ ਫੇਰਨੀ ਹੈ। ਉਹਨਾਂ ਜਿਹੜੇ ਇਹੋ ਜਿਹੇ ਸ਼ਾਂਤ ਸੁਭਾਅ ਰੱਖਦੇ ਹੈ, ਉਹਨਾਂ ਦੀ ਨਾਨਕ ਰੱਖੈ ਲਾਜ, ਆਪਣਾ ਕਿਰਪਾ ਰੂਪੀ ਹੱਥ ਦੇ ਕੇ ਉਹ ਪਰਮੇਸ਼ਰ ਜਿਹੜਾ ਹੈ ਉਹਨਾਂ ਦੀ ਇੱਜ਼ਤ ਅਬਰੂ ਰੱਖਦਾ ਹੈ। ਦੋਹਰਾ ਰੁਕਨ ਦੀਨ ਕਾਜੀ ਹੁਦੋ ਉਹਨਾਂ ਵਿੱਚ ਜਿਹੜੇ ਇਕੱਠੇ ਹੋਏ ਸਨ, ਇੱਕ ਰੁਕਨ ਦੀਨ ਬੜਾ ਤਗੜਾ ਹੀ ਕਾਜੀ ਸੀ। ਸੁਨ ਸੋ ਬੈਨ ਅਲਾਏ ਸੁਣ ਕੇ ਉਹਨੇ ਮਹਾਰਾਜ ਜੀ ਨੂੰ ਬਚਨ ਕਿਹਾ। ਮਾਨਤ ਹੋ ਕੈਦੋ ਨਹੀਂ ਕਹਿੰਦਾ ਵੀ ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਮੰਨਦੇ ਅਥਵਾ ਨਹੀਂ ਮੰਨਦੇ? ਵੈ ਕੰਬਰ ਜੇ ਖੁਦਾਏ ਜਿਹੜੇ ਵੀ ਖੁਦਾ ਦੇ ਪੈਗੰਬਰ ਪੈਗਾਮ ਲੈ ਕੇ ਆਏ, ਮੂਸਾ ਜੀ, ਆ ਹਜ਼ਰਤ ਮੁਹੰਮਦ ਸਾਹਿਬ ਵਰਗੇ, ਇਹਨਾਂ ਪੈਗੰਬਰਾਂ ਨੂੰ ਤੁਸੀਂ ਮੰਨਦੇ ਕਿ ਨਹੀਂ ਮੰਨਦੇ? ਸਵਈਆ ਸ੍ਰੀ ਗੁਰੂ ਨਾਨਕ ਬੈਨ ਬਨੇ ਗੁਰੂ ਸਾਹਿਬ ਜੀ ਸੁਣ ਕੇ ਬਚਨ ਕਹਿਣ ਲੱਗੇ। ਦਰਬਾਰ ਖੁਦਾਏ ਕੇ ਕੇਤੇ ਅਗਾਰੀ ਐ ਰੁਕਣ ਦੇਣ ਜੀ, ਉਸ ਖੁਦਾ ਦੇ ਦਰਬਾਰ ਦੇ ਅੱਗੇ ਪਤਾ ਨਹੀਂ ਕਿਤਨੇ ਕੀ ਪੈਗੰਬਰ ਹਾਥ ਸੋ ਬਾਂਦੇ ਖਰੇ ਹੈ ਪੈਗੰਬਰ ਤੇਰੇ ਜੋ ਇਹ 1.25 ਲੱਖ ਪੈਗੰਬਰ ਹੈ ਨਾ, ਪੈਗਾਮ ਲੈ ਕੇ ਖੁਦਾ ਦੇ ਆਏ ਹੋਏ, ਪਤਾ ਨਹੀਂ ਵੀ ਉਸ ਖੁਦਾ ਦੇ ਘਰ ਦੇ ਅੱਗੇ ਕਿੰਨੇ ਜਿਹੜੇ ਹੱਥ ਜੋੜ ਕੇ ਹੱਥ ਬੰਨ੍ਹ ਕੇ ਖੜੇ ਐ। ਕੇਤੇ ਹੈ ਪੀਰ ਔ ਸੇਖ ਸਲਾਰੀ ਕਿੰਨੇ ਜਿਹੜੇ ਵੱਡੇ ਵੱਡੇ ਪੀਰ ਔਰ ਸ਼ੇਖ ਸਲਾਰੀ ਜਿਹੜੇ ਫਰਿਸ਼ਤੇ ਐ, ਆਗੂ ਹਨ। ਕੇਤੇ ਹੈ ਸਿਕਦਾਰ ਤਹਾਂ ਤੇ ਕਿੰਨੇ ਜਿਹੜੇ ਉੱਥੇ ਸਰਦਾਰ ਖੜੇ ਹੱਥ ਜੋੜ ਕੇ। ਤਿਨ ਕੌਣ ਗਿਨੈ ਗਿਣਤੀ ਤਿਨ ਭਾਰੀ ਉਹਨਾਂ ਦੀ ਕੌਣ ਹੈ ਜਿਹੜਾ ਗਿਣਤੀ ਗਿਣੇ? ਬਹੁਤ ਭਾਰੀ ਗਿਣਤੀ ਹੈ, ਗਿਣੇ ਨਹੀਂ ਜਾ ਸਕਦੇ, ਬੇਅੰਤੀ ਹਨ। ਜਿਉ ਦੂਰ ਖੁਦਾਏ ਰਹਿ ਜਿਹੜੇ ਖੁਦਾ ਪਰਮੇਸ਼ਰ ਦੇ ਹਜ਼ੂਰੀ ਵਿੱਚ ਹੀ ਰਹਿੰਦੇ, ਹਰ ਵਕਤ ਬੇਨਤੀਆਂ ਕਰਦੇ। ਤਿਨ ਕੋ ਨਾ ਸਕਾ ਕਰ ਕੋ ਹਟਕਾਰੀ ਇਹ ਰੁਕਨ ਦੀਨ ਕਾਜੀ, ਜਿਹੜੇ ਖੁਦਾ ਦੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦੇ ਐ, ਉਹਨਾਂ ਨੂੰ ਕੋਈ ਮੋੜ ਨਹੀਂ ਸਕਦਾ, ਮਨਾ ਨਹੀਂ ਕਰ ਸਕਦਾ ਵੀ ਤੁਸੀਂ ਨਹੀਂ ਆਉਣਾ ਹੈ, ਤੁਸੀਂ ਨਹੀਂ ਜਾਣਾ। ਉਹਨਾਂ ਦਾ ਆਉਣ ਜਾਣ ਬਣਿਆ ਰਹਿੰਦਾ, ਮਰਜ਼ੀ ਨਾਲ ਆਉਂਦੇ, ਮਰਜ਼ੀ ਨਹੀਂ ਚਲੇ ਜਾਂਦੇ ਐ। ਨਾ ਉਹਨਾਂ ਨੂੰ ਕੋਈ ਮਨਾਹੀ ਹੈ, ਨਾ ਰੋਕ ਹੀ ਹੈ। ਦੋਹਰਾ ਜਿਨ ਹੈ ਖੁਦਾਏ ਵਿਸਾਰਿਓ ਪਰ ਜਿਨ੍ਹਾਂ ਜਿਹੜੇ ਸਾਡੇ ਵਰਗੇ ਸੰਸਾਰ ਦੇ ਜੀਵਾਂ ਨੇ ਖੁਦਾ ਨੂੰ ਭੁਲਾ ਦਿੱਤਾ ਹੈ, ਆਵਹਿ ਤਿਨ ਕੇ ਹੇਤ ਉਹ ਪੈਗੰਬਰ ਉਹਨਾਂ ਦੇ ਵਾਸਤੇ ਆਉਂਦੇ ਵੀ ਖੁਦਾ ਯਾਦ ਕਰਾਉਣ ਵਾਸਤੇ। ਭਲੋ ਪੰਥ ਦਿਖਰਾਏ ਕਾ ਉਹ ਪੈਗੰਬਰ ਆ ਕੇ ਭਾਵ ਭਗਤੀ ਬੰਦਗੀ ਦਾ ਰਸਤਾ ਦਿਖਾ ਕੇ ਜਾਵਹਿ ਆਪਨਨ ਕੇਤ ਆਪਣਾ ਜਿਹੜਾ ਘਰ ਉਹ ਖੁਦਾ ਦਾ ਘਰ ਹੈ, ਉੱਥੇ ਚਲੇ ਜਾਂਦੇ ਆ ਮੁੜ ਕੇ।
ਭਾਵ ਭਗਤੀ ਦਾ ਬੰਦਗੀ ਦਾ ਚੰਗਾ ਹੀ ਰਸਤਾ ਦਿਖਾ ਕੇ ਵਾਪਸ ਮੁੜ ਜਾਂਦੇ ਆਪਣੇ ਘਰ ਖੁਦਾ ਦੇ। ਅਬ ਤੁਮ ਰਾਹ ਪੈਗੰਬਰੀ, ਹੁਣ ਜੋ ਤੁਹਾਡੇ ਪੈਗੰਬਰ ਦਾ ਰਸਤਾ ਰਾਹ ਸੀ, ਭੁੱਲ ਗਏ ਮਤ ਮੰਦ, ਤੁਸੀਂ ਭੁੱਲ ਗਏ ਹੋ, ਮੰਦੀ ਅਕਲ ਵਾਲੇ ਹੋ ਗਏ, ਅਕਲ ਮਤ ਮਾਰੀ ਗਈ ਹੈ। ਪਖਬਾਦ ਔਰ ਮੈਂ ਧਰਿਓ, ਇਹਦੇ ਵਿੱਚ ਬਸ ਪੱਖਬਾਦ, ਲੜਾਈ ਝਗੜਾ ਰਗੜਾ ਝਗੜਾ ਹੀ ਰੱਖਿਆ ਹੋਇਆ ਹੈ। ਮਤਾਂ ਮਤਾਂਤਰਾਂ ਵਿੱਚ ਫਸ ਕੇ ਝਗੜੇ ਹੀ ਕਰਦੇ ਹੋ। ਜਾਹੋ ਨਰਕ ਜਮ ਫੰਦ, ਜਿਸ ਕਰਕੇ ਨਰਕ ਵਿੱਚ ਜਾਓਗੇ, ਜਮਾਂ ਦੀ ਫਾਈ ਪਏਗੀ, ਘਸੀਟੇ ਜਾਓਗੇ ਉੱਥੇ। ਅਬ ਦੇਵੋ ਸਮਝਾਏ ਮੈਂ, ਮਹਾਰਾਜ ਕਹਿੰਦੇ ਹੁਣ ਅਸੀਂ ਆ ਗਏ ਆ, ਤੁਹਾਨੂੰ ਸਮਝਾ ਦੇਵਾਂਗੇ। ਮਾਰਗ ਭਲੋ ਬਤਾਏ, ਚੰਗਾ ਜਿਹੜਾ ਬੰਦਗੀ ਦਾ ਰਸਤਾ ਉਹ ਦੱਸਾਂਗੇ। ਜੇ ਨਹ ਜਾਨਹੁ ਤਾਹੇ ਕੋ, ਜੇ ਨਹ ਮਾਨਹੁ ਤਾਹੇ ਕੋ, ਜੋ ਅਸੀਂ ਰਸਤਾ ਦੱਸਾਂਗੇ, ਜੇ ਤੁਸੀਂ ਉਸ ਰਸਤੇ ਨੂੰ ਨਹੀਂ ਨਾ ਮੰਨੋਗੇ, ਪਰ ਹੋ ਨਰਕ ਮਹਿ ਜਾਏ, ਫਿਰ ਤੁਸੀਂ ਨਰਕ ਵਿੱਚ ਜਾ ਕੇ ਪਾਓਗੇ, ਉਹ ਦੋਜ਼ਖ ਵਿੱਚ ਪਾਓਗੇ, ਸੜੋਗੇ ਉਸ ਦੋਜ਼ਖ ਨਰਕ 'ਚ ਪੈ ਕੇ। ਸੁਨ ਕਰ ਉੱਚੇ ਬਚਨ ਕੋ, ਸੁਣ ਕਰਕੇ ਮਹਾਰਾਜ ਦੇ ਉੱਚੇ ਜਿਹੜੇ ਸ੍ਰੇਸ਼ਟ ਬਚਨਾਂ ਨੂੰ, ਭੋਜਨ ਲੱਗੇ ਇਮਾਨ, ਇਹ ਇਕੱਠੇ ਹੋ ਕੇ ਸਾਰੇ ਮਾਲ ਨੂੰ ਪੁੱਛਣ ਲੱਗੇ ਐ ਧਰਮ ਬਾਰੇ ਵੀ ਤੁਹਾਡਾ ਧਰਮ ਕੀ ਹੈ। ਹਿੰਦੂ ਵੱਡਾ ਕੇ ਤੁਰਕ ਹੈ, ਕਹਿੰਦੇ ਵੀ ਦੱਸੋ ਆ ਹਿੰਦੂਆਂ ਦਾ ਧਰਮ ਵੱਡਾ ਹੈ ਕਿ ਜਾਂ ਮੁਸਲਮਾਨਾਂ ਦਾ ਧਰਮ ਵੱਡਾ ਹੈ। ਪੁੱਛਣ ਫੋਲ ਕਿਤਾਬ ਨੂੰ, ਇਹ ਕਾਜੀ ਜਿਹੜੇ ਇਕੱਠੇ ਹੋ ਕੇ ਪੁੱਛਣ ਫੋਲ ਕਿਤਾਬ ਨੂੰ, ਵੀ ਕਿਤਾਬ ਨੂੰ ਫੋਲ ਕੇ ਪੁੱਛਦੇ ਐ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਵੀ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਕਰੀਏ ਆਪ ਬਖਾਨਾ, ਸਾਨੂੰ ਆਪ ਹੀ ਦੱਸਣਾ ਕਰੀਏ ਆਪਣੀ ਰਸਨਾ ਦੇ ਰਾਹੀਂ ਵੀ ਹਿੰਦੂ ਦਾ ਧਰਮ ਵੱਡਾ ਕਿ ਮੁਸਲਮਾਨਾਂ ਦਾ ਧਰਮ ਵੱਡਾ ਹੈ। ਕਲਾ ਦਿਖਾਈ ਵੱਡੀ ਤਾਂ, ਕਿਉਂਕਿ ਆਪ ਜੀ ਨੇ ਜਿਹੜੀ ਹੈ ਨਾ ਕਲਾ ਬੜੀ ਤਗੜੀ ਦਿਖਾਈ ਹੈ। ਪੂਰਬ ਕਿਨਹਾ ਨਾ ਕੀਨਾ, ਪਹਿਲਾਂ ਦੇ ਕਿਸੇ ਨੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਵੀ ਉਹ ਮੱਕਾ ਹੀ ਫੇਰ ਦਵੇ, ਰੱਖ ਕੇ ਘੁਮਾ ਕੇ ਰੱਖ ਦੇ। ਚਰਨ ਸੰਗ ਕਾਬਾ ਫਿਰਿਓ, ਤੁਸਾਂ ਨੇ ਤੇ ਮਹਾਨੀ ਉਹ ਕਲਾ ਦਿਖਾ ਦਿੱਤੀ ਵੀ ਤੁਹਾਡੇ ਚਰਨਾਂ ਨਾਲ ਹੀ ਇਹ ਕਾਬਾ ਮੰਦਰ ਫਿਰਿਆ ਘੁੰਮਿਆ ਹੈ। ਮਹਿਮਾ ਜਾਣੀ ਪੀਨਾ, ਇਸ ਕਰਕੇ ਅਸਾਂ ਨੇ ਤੁਹਾਡੀ ਜਿਹੜੀ ਨਾ ਮਹਿਮਾ ਉਹ ਬੜੀ ਤਗੜੀ ਭਾਰੀ ਜਾਣੀ ਹੈ। ਕਬਿਤ ਐਸੇ ਸੁਨ ਬੈਨ ਬੋਲੇ ਗੁਰੂ ਗੁਣ ਐਨ ਤਬ, ਇਸ ਤਰ੍ਹਾਂ ਦੇ ਇਹਨਾਂ ਰੁਕਣ ਦੀਨ ਹੋਣਾ ਦੇ, ਜੀਵਨ ਮੁੱਲਾ ਹੋਣਾ ਦੇ, ਜੋ ਸਤਿਆ ਸੀ ਬੜਾ ਅਕਿਆ ਸੀ, ਇਹਨਾਂ ਮੁੱਲਾ ਕਾਜ਼ੀਆਂ ਮੁਲਾਣਿਆਂ ਦੇ ਬਚਨ ਸੁਣ ਕੇ ਗੁਣਾਂ ਦੇ ਘਰ ਮਹਾਰਾਜ ਬੋਲੇ ਉਸ ਵੇਲੇ। ਪੰਜ ਤਤ ਸਾਜੇ ਸਭ ਦੇਹ ਇੱਕ ਸਾਰਹੀ, ਹੇ ਮੁੱਲਾ ਜੀ ਜਿਹੜੇ ਪੰਜ ਤੱਤ ਹੈ ਨਾ, ਧਰਤੀ ਆਕਾਸ਼ ਹਵਾ ਅਗਨੀ ਜਲ, ਤੇ ਇਹ ਪੰਜ ਤੱਤ ਸਾਜਿਓ ਪਰਮੇਸ਼ਰ ਨੇ ਇੱਕ ਸਾਰ ਇੱਕ ਰਸ ਹੀ। ਨੈਣ ਕਾਨ ਨਾਸਿਕਾ ਬਦਨ ਕਿਨੇ ਏਕ ਹੂੰ ਸੇ, ਨੈਣ ਕਾਨ ਨਾਸਿਕਾ ਬਦਨ ਕਿਨੇ ਏਕ ਹੂੰ ਸੇ। ਪੰਜਾਂ ਤੱਤਾਂ ਦੇ ਸਾਜੇ ਸਭ, ਪੰਜਾਂ ਤੱਤਾਂ ਦੀ ਜਿਹੜੀ ਦੇਹ ਨਾ ਇੱਕ ਸਾਰੀ ਉਸ ਪਰਮੇਸ਼ਰ ਨੇ ਸਾਜੀ ਹੋਈ ਹੈ। ਆ ਨੈਣ ਨੇਤਰ, ਕੰਨ ਤੇ ਨਾਸਕਾ ਨੱਕ ਮੁਖ ਕੀਤਾ ਹੋਇਆ ਇੱਕ ਵਰਗਾ ਹੀ ਸਭ ਦਾ। ਉਹ ਜਿਹੇ ਮੁਸਲਮਾਨਾਂ ਦਾ ਹੈ, ਉਹ ਜਿਹੇ ਹਿੰਦੂਆਂ ਦਾ ਹੈ। ਕਿਰਿਆ ਸਮ ਭਾਈ ਹੱਥ ਪਾਵ ਕੇ ਮਝਾ ਰਹੀ, ਹੱਥਾਂ ਪੈਰਾਂ ਦੀ ਜਿਹੜੀ ਕਿਰਿਆ ਹੈ, ਕਰਮ ਹੈ, ਉਹ ਵੀ ਇੱਕ ਸਮਾਨ ਹੀ ਹੈ। ਵੀ ਹੱਥਾਂ ਨਾਲ ਹੀ ਮੁਸਲਮਾਨ ਕੰਮ ਕਰਦੇ ਹੈ, ਹੱਥਾਂ ਨਾਲ ਹੀ ਹਿੰਦੂ ਕੰਮ ਕਰਦੇ ਹੈ, ਪੈਰਾਂ ਨਾਲ ਹੀ ਉਹ ਚੱਲ ਕੇ ਜਾਂਦੇ ਹੈ, ਪੈਰਾਂ ਨਾਲ ਹੀ ਉਹ ਚੱਲ ਕੇ ਜਾਂਦੇ ਹੈ। ਉਹੀ ਨੱਕ ਹੈ, ਉਹੀ ਅੱਖਾਂ ਹਨ, ਇੱਕ ਸਾਰੀ ਹੈ ਸਭ ਕਿਰਿਆ। ਦੇਸ਼ਨ ਕੇ ਭੇਸ ਕੋ ਪ੍ਰਭਾਵ ਧਰ ਹਿਰਦੇ ਮਾਹੇ, ਬਸ ਦੇਸ਼ਾਂ ਇਲਾਕਿਆਂ ਦੇ ਭੇਸ ਦਾ ਪ੍ਰਭਾਵ ਧਾਰ ਕੇ ਹਿਰਦੇ ਵਿੱਚ ਵੀ ਮੈਂ ਫਲਾਣੇ ਦੇਸ਼ ਦਾ,
ਮੈਂ ਮੁਸਲਮਾਨੀ ਦੇਸ਼ ਦਾ, ਹਿੰਦੂ ਦੇਸ਼ ਦਾ ਹੈ। ਪੱਖਪਾਤ ਗਾਡੇ ਹੋਇਆ ਕਿ ਝਗੜਾ ਗਵਾ ਰਹੀ। ਆ ਪੱਖਵਾਦ, ਝਗੜਿਆਂ ਦੇ ਪੱਖ ਵਿੱਚ ਐ ਪੱਕੇ ਹੋ ਕੇ ਮੂਰਖ ਲੋਕ ਝਗੜੇ ਕਰਦੇ, ਝਗੜਦੇ ਐ, ਆਪੋ ਵਿੱਚ ਹੀ ਮਰਦੇ ਖਪਦੇ ਹਨ। ਪੱਖਵਾਦ ਮਤਾਂ ਤਰ੍ਹਾਂ ਦੀ ਪੈ ਕੇ ਸਾਡਾ ਆਹ ਮਤ ਹੈ, ਤੁਹਾਡਾ ਆਹ ਮਤ ਹੈ, ਇਹ ਝਗੜਿਆਂ ਵਿੱਚ ਹੀ ਪੈ ਕੇ ਝਗੜਦੇ ਹਨ। ਨਾਮ ਲਿਵ ਲਾਈ ਜਾਹੇ ਅਧਿਕ ਵਡਾਈ ਤਾਹੇ। ਇਹ ਮੁੱਲਾ ਜੀ, ਜਿਨ੍ਹਾਂ ਨੇ ਉਹ ਸਾਰੇ ਰਗੜੇ ਝਗੜੇ ਮੁਕਾ ਕੇ ਉਸ ਖੁਦਾ ਦੇ ਨਾਮ ਵਿੱਚ ਲਿਵ ਲਾਈ ਹੈ ਨਾ, ਉਹਨਾਂ ਦੀ ਇੱਥੇ ਵੀ ਵਡਿਆਈ ਹੈ, ਉੱਥੇ ਪਰਲੋਕ ਵਿੱਚ ਵੀ ਵਡਿਆਈ ਹੈ। ਜਾਨ ਕਾ ਸਰੂਪ ਨਿਜ ਉਦਰ ਸੰਸਾਰ ਹੀ। ਆਪਣੇ ਸ੍ਰੈ ਸਰੂਪ ਅੰਤਰ ਆਤਮਾ ਨੂੰ ਜਾਣ ਕੇ, ਆਪਣੇ ਸਰੂਪ ਨੂੰ ਜਾਣ ਕੇ ਉਹ ਸੰਸਾਰ ਸਮੁੰਦਰ ਤੋਂ ਬੜੇ ਸੌਖੇ ਉਦਰ ਗਏ ਹੈ, ਤਰ ਗਏ ਹਨ। ਦੋਹਰਾ ਭਲੇ ਅਮਲ ਕੀਏ ਬਿਨਾ। ਜਿਨ੍ਹਾਂ ਨੇ ਤੁਸੀਂ ਇਹਨਾਂ ਪੁੱਛਿਆ ਸੀ ਨਾ, ਮਹਾਰਾਜ ਹਿੰਦੂ ਵੱਡਾ ਕਿ ਮੁਸਲਮਾਨ, ਤੇ ਮਹਾਰਾਜ ਨੇ ਕਿਹਾ ਸੀ ਬਾਬਾ ਬੋਲੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਮਹਾਰਾਜ ਬੋਲੇ ਹੈ ਕਿ ਹੇ ਮੁੱਲਾ ਮਲਾਣਿਓ, ਜਿਹੜੇ ਸ਼ੁਭ ਅਮਲ ਹੈ ਨਾ, ਸ਼ੁਭ ਕਰਮ, ਉਹਨਾਂ ਬਾਝੋਂ ਦੋਵੇਂ ਰੋਣਗੇ, ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ। ਇੱਥੇ ਉਹ ਗੱਲ ਦਾ ਖੁਲਾਸਾ, ਬਚਨ ਦਾ ਖੁਲਾਸਾ ਕਰ ਰਹੇ ਆ ਵੀ ਜਿਹੜੇ ਚੰਗੇ ਅਮਲ ਕਰਮ ਕੀਤੇ ਤੋਂ ਬਿਨਾ ਜਾਹੇ ਨਰਕ ਕੋ ਦੋਏ। ਇਹ ਦੋਵੇਂ ਹਿੰਦੂ ਤੇ ਮੁਸਲਮਾਨ ਨਰਕ 'ਚ ਜਾਣਗੇ। ਜਿਨ੍ਹਾਂ ਦੇ ਅਮਲ ਨਹੀਂ ਨਾ ਚੰਗੇ, ਉਹਨਾਂ ਨੂੰ ਨਰਕ ਪੈਣਾ ਹੀ ਪਵੇਗਾ। ਹਿੰਦੂ ਨਰਕ 'ਚ ਜਾਣਗੇ, ਮੁਸਲਮਾਨ ਜਿਹੜੇ ਦੋਜਕ 'ਚ ਪੈਣਗੇ। ਇੱਕ ਹੀ ਗੱਲ ਹੈ ਨਰਕ ਦੋਜਕ ਦੀ। ਦੇਹ ਰਹਾ ਇਹਾਂ ਪਰੀ। ਕਿਉਂਕਿ ਜਿਹੜੀ ਦੇਹ ਹੈ, ਸਰੀਰ ਤੇ ਇੱਥੇ ਹੀ ਪਿਆ ਰਹੇਗਾ ਧਰਤੀ ਉੱਪਰ। ਜਬ ਲੇਖਾ ਤਹ ਹੋਏ। ਜਦੋਂ ਉੱਥੇ ਲੇਖਾ ਹੋਏਗਾ, ਪੁੱਛਿਆ ਜਾਏਗਾ ਤੂੰ ਆਹੋ ਕਿਹੜੇ ਕੰਮ, ਤੂੰ ਕਿਹੜੇ ਕੰਮ ਵਾਸਤੇ ਆਇਆ ਹਾਂ, ਉੱਥੇ ਪੁੱਛਿਆ ਜਾਏਗਾ। ਜਦੋਂ ਦੱਸਿਆ ਨਹੀਂ ਜਾਏਗਾ, ਮਾਰ ਪਏਗੀ, ਦੋਜਕ 'ਚ ਸੜਨਾ ਪਵੇਗਾ ਅੱਗ ਵਿੱਚ ਪੈ ਕੇ। ਧਨ ਕਟੰਬ ਅਰ ਕਰਮ ਜੇ। ਜਿਹੜਾ ਇਹ ਪੈਸਾ ਹੈ, ਪਰਿਵਾਰ ਹੈ, ਜਿਹੜੇ ਮਨੁੱਖ ਦੇ ਕੀਤੇ ਚੰਗੇ ਮੰਦੇ ਕਰਮ ਹਨ। ਤੀਨ ਨਰ ਨਕੇ ਮੀਤਾ। ਇਹ ਤਿੰਨ ਮਿੱਤਰ ਹੈ ਮਨੁੱਖ ਦੇ, ਵੀ ਜਿਹੜਾ ਪੈਸਾ ਹੈ, ਪਰਿਵਾਰ ਹੈ, ਤੇ ਕੀਤੇ ਹੋਏ ਚੰਗੇ ਮੰਦੇ ਕਰਮ। ਇਹ ਮਨੁੱਖ ਦੇ ਤਿੰਨ ਮਿੱਤਰ ਹਨ, ਸਮਝ ਲਓ। ਜਬ ਲੋ ਘਟ ਮੈਂ ਪ੍ਰਾਨ ਹੈ। ਉਹ ਪਹਿਲਾ ਕੀ ਮਿੱਤਰ ਹੈ ਵੀ ਜਿੰਨਾ ਚਿਰ ਤੱਕ ਦੇ ਸਰੀਰ ਵਿੱਚ ਪ੍ਰਾਣ ਹੈ, ਸਵਾਸ ਚੱਲਦੇ ਹੈ, ਤਬ ਲੋ ਧਨ ਕੀ ਪ੍ਰੀਤ। ਉਸ ਸਮੇਂ ਤੱਕ ਹੀ ਪੈਸੇ ਦੀ ਪ੍ਰੀਤੀ ਹੈ। ਪੈਸਾ ਉਸ ਵੇਲੇ ਤੱਕ ਹੀ ਕੰਮ ਆਉਂਦਾ ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਹੈ। ਬਿਮਾਰ ਹੋਵਾਂਗੇ, ਕੁਝ ਚੀਜ਼ ਦੀ ਜ਼ਰੂਰਤ ਹੋਊ ਤੇ ਲੈ ਆਵਾਂਗੇ। ਜਦੋਂ ਸਰੀਰ 'ਚ ਪ੍ਰਾਣ ਨਾ ਰਹੇ, ਇਹ ਜਿਹੜਾ ਪਹਿਲਾ ਮਿੱਤਰ ਧਨ ਹੈ, ਛੱਡ ਜਾਂਦਾ ਹੈ। ਜਾਰਿਓ ਗਾਡਿਓ ਤਨ ਨਹੀਂ। ਜਿੰਨਾ ਚਿਰ ਸਰੀਰ ਜਾਲਿਆ ਭਾਵ ਸਾੜਿਆ ਨਹੀਂ ਜਾਂਦਾ ਜਾਂ ਕਬਰ ਵਿੱਚ ਗੱਡਿਆ ਨਹੀਂ ਜਾਂਦਾ, ਤਬ ਲੋਕ ਟੰਬ ਸਨੇਹ। ਉਦੋਂ ਤੱਕ ਹੀ ਜਿਹੜਾ ਪਰਿਵਾਰ ਦਾ ਹੈ, ਸਰੀਰ ਨਾਲ ਪ੍ਰੇਮ ਹੈ, ਪਿਆਰ ਹੈ, ਕਹਿੰਦੇ ਸਾਡਾ ਹੈ, ਸਾਡਾ ਹੈ। ਜਦੋਂ ਸੜ ਗਿਆ ਫਿਰ ਉਹ ਭੁੱਲ ਜਾਂਦੇ ਆ। ਜਦੋਂ ਦੱਬ ਦਿੱਤਾ ਫਿਰ ਉਹ ਕਬਰ ਦੇ ਨੇੜੇ ਵੀ ਨਹੀਂ ਕੋਈ ਜਾਂਦਾ। ਬਾਹਰ ਨਾ ਕੋ ਸੰਗ ਹੋਇਆ। ਮੋੜ ਜਿਹੜਾ ਕੋਈ ਸਾਥ ਨਹੀਂ ਹੁੰਦਾ ਮਰਨ ਵੇਲੇ। ਸਮਝ ਭਲੇ ਔਰ ਲੇਹ। ਇਹ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਮਝ ਲਓ। ਹੈ ਕਾਜੀਓ ਮੁੱਲਿਓ ਰੁਕਣ ਦੀਨ ਜੀ, ਜਿੰਨਾ ਚਿਰ ਸਰੀਰ ਹੈ ਨਾ, ਇਹ ਸੜ ਮੱਚ ਨਹੀਂ ਜਾਂਦਾ ਉੱਥੇ ਮੜੀਆਂ ਤੱਕ, ਉਹ ਕਬਰਾਂ ਤੱਕ, ਕਬਰਸਤਾਨ ਤੱਕ, ਉਹਨਾਂ ਚਿਰ ਹੀ ਪਰਿਵਾਰ ਦਾ ਮੋਹ ਹੈ। ਪੁੱਤ ਕਹਿੰਦਾ ਮੇਰਾ ਪਿਓ ਹੈ, ਘਰ ਵਾਲੀ ਕਹਿੰਦੀ ਮੇਰਾ ਪਤੀ ਹੈ, ਰਿਸ਼ਤੇਦਾਰ ਕਹਿੰਦੇ ਸਾਡਾ ਸੰਬੰਧੀ ਸੀ, ਆਂਢ ਗੁਆਂਢ ਕਹਿੰਦੇ ਸਾਡਾ ਬੜਾ ਮਿੱਤਰ ਸੱਜਣ ਸੀ। ਜਿੰਨਾ ਚਿਰ ਸੜ ਨਹੀਂ ਜਾਂਦਾ, ਬਾਅਦ ਵਿੱਚ ਕੁਝ ਦੇਣੀ ਹੈ ਸਭ ਭੁੱਲ ਜਾਂਦੇ ਹੈ। ਤੋ ਤਨ ਤਿਆਗਤ ਹੀ ਸੁਨ ਰੇ ਜਲ ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ। ਪੁੱਤਰ ਕਲੇਤਰ ਸੋ ਮਿੱਤਰ ਸਖਾ ਹੈ, ਬੇਗ ਨਿਕਾਰ ਹੋ ਆਇਸ ਦੈ ਹੈ। ਭੌਣ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਨ ਬੇਗਾਨ ਕਹੈ ਹੈ। ਚੇਤਰੇ ਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਗੁਰੂ ਸਾਹਿਬ ਜੀ ਕਹਿੰਦੇ ਆ ਵੀ ਅੰਤ ਸਮੇਂ ਉਹ ਪਰਮੇਸ਼ਰ ਦਾ ਨਾਮ ਹੀ ਨਾਲ ਜਾਂਦਾ ਹੈ, ਬਾਕੀ ਦੇ ਸਾਰੇ ਜਿਹੜੇ ਪਿੱਛੇ ਹਟ ਜਾਂਦੇ ਆ।
ਜ਼ਮੀਨਾਂ ਜਾਇਦਾਦਾਂ ਵੀ ਬਗਾਨੀਆਂ ਹੋ ਜਾਂਦੀਆਂ, ਹੜੱਪਣ ਵਾਲੇ ਰਿਸ਼ਤੇਦਾਰ ਆ ਜਾਂਦੇ ਜੇ ਘਰ ਨਾ ਕੋਈ ਹੋਵੇ, ਜੇ ਘਰ ਵਾਲੇ ਹੋਣ ਤੇ ਉਹ ਕਾਗਜ਼ਾਂ ਦੇ ਸਾਈਨ ਕਰਾਈ ਫਿਰਦੇ ਆ। ਇਵੇਂ ਕੋਈ ਨਹੀਂ ਰਹਿੰਦਾ ਨੇੜੇ ਉਸ ਵੇਲੇ। ਇਹ ਸਮਝ ਲੈਣਾ ਚਾਹੀਦਾ ਹਿਰਦੇ ਵਿੱਚ। ਤੀਜੋ ਮਿੱਤਰ ਕਰਮ ਜੇ। ਤੀਸਰੇ ਜਿਹੜੇ ਮਿੱਤਰ ਹੈ ਉਹ ਜਿਹੜੇ ਮਨੁੱਖ ਚੰਗੇ ਮੰਦੇ ਕਰਮ ਕਰਦਾ ਹੈ। ਤੀਸਰਾ ਮਿੱਤਰ ਹੈ ਜੋ ਸਭ ਤੋਂ ਹੀ ਮਹਾਨ ਨਾਲ ਜਾਣ ਵਾਲਾ। ਸੰਗੀ ਸਦ ਹੀ ਜਾਨ। ਇਸ ਨੂੰ ਤੇ ਸਦਾ ਹੀ ਜਿਹੜਾ ਸੰਗੀ ਸਾਥੀ ਜਾਣ ਲਓ ਵੀ ਇਹ ਤੇ ਨਾਲ ਜਾਣੇ ਹੀ ਜਾਣੇ ਆ, ਭਾਵੇਂ ਮਰ ਵੀ ਜਾਈਏ। ਜਹਾਂ ਜਾਏ ਫਲ ਦੇਤ ਤਹਾਂ। ਜਿੱਥੇ ਵੀ ਇਹ ਜੀਵ ਆਤਮਾ ਜਾਏਗਾ ਚੰਗੇ ਮੰਦੇ ਕਰਮ ਫਲ ਦੇਣਗੇ ਆਪਣਾ। ਯੋ ਨਾ ਹੋਏ ਕਬਹਾਨਾ। ਜਿੱਥੇ ਜਾਏਗਾ ਜੀਵ ਆਤਮਾ ਉੱਥੇ ਫਲ ਦੇਣਗੇ। ਇਉਂ ਇਹ ਕਦੀ ਨਾਸ ਨਹੀਂ ਹੁੰਦੇ। ਚੰਗੇ ਕੀਤੇ ਹੋਣਗੇ ਉਹਦਾ ਚੰਗਿਆਂ ਦਾ ਫਲ ਮਿਲੂਗਾ, ਮੰਦੇ ਕੀਤੇ ਹੋਣਗੇ ਮੰਦਾ ਫਲ ਮਿਲੂਗਾ। ਤਾਂ ਤੇ ਸੰਗ ਸਦੀ ਵਜੇ। ਇਸ ਕਰਕੇ ਇਹ ਮੁੱਲਿਓ ਜਿਹੜੇ ਸਦਾ ਹੀ ਨਾਲ ਰਹਿਣ ਵਾਲੇ ਹਮੇਸ਼ਾ, ਕਰਹੁ ਸੋ ਕਰਮ ਸਪਰੀਤ। ਉਹ ਜਿਹੜੇ ਚੰਗੇ ਕਰਮ ਨਾ, ਚੰਗੇ ਕਰਮ ਹੈ, ਨਿਸ਼ਕਾਮ ਕਰਮ ਹੈ, ਬੜੀ ਪ੍ਰੀਤੀ ਨਾਲ ਉਹ ਕਰਮਾਂ ਨੂੰ ਕਰੋ ਜਿਹੜੇ ਸਦਾ ਹੀ ਨਿਭਣ ਵਾਲੇ। ਨਾ ਪੈਸੇ ਨਾ ਪਰਿਵਾਰ, ਇਹ ਨਹੀਂ ਨਿਭਣ ਵਾਲਾ। ਬਾਦ ਪਖ ਤਜ ਕਾ ਸਰਬ। ਸਾਰਾ ਜਿਹੜਾ ਪੱਖਵਾਦ ਹੈ, ਲੜਾਈ ਝਗੜਾ ਛੱਡ ਕੇ ਲਖੋ ਏਕ ਹਰਮੀਤ। ਇੱਕੋ ਹੀ ਜਾਣ ਲਓ ਵੀ ਹਰੀ ਪਰਮੇਸ਼ਰ ਪਰਮਾਤਮਾ ਖੁਦਾ ਹੀ ਮਿੱਤਰ ਹੈ। ਉਸ ਨੂੰ ਮਿੱਤਰ ਜਾਣ ਲਓ। ਕੋਈ ਜਾਣੇ ਕਵਨ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ ਤਾਕੀ ਨਿਰਮਲ ਰੀਤ। ਉਹ ਮਿੱਤਰ ਕਿਹੜਾ ਹੈ? ਸਿਰਫ ਤੇ ਸਿਰਫ ਪਰਮੇਸ਼ਰ ਹੀ ਹੈ ਸੱਚਾ ਮਿੱਤਰ। ਨਾਮ ਹਰ ਕਾ ਨਾਮ ਊਹਾ ਸੰਗ ਤੋਸਾ। ਕਬੇਤ ਭ੍ਰਮ ਜਾਂ ਕੇ ਤਾਰਨ ਨਹੀਂ ਭਇਓ ਨਿਰਮਲ ਮਨ। ਆ ਜਿਨ੍ਹਾਂ ਦੇ ਮਨ ਵਿੱਚ ਭਰਮ ਨਹੀਂ ਨਾ ਹੁੰਦਾ, ਸਰੀਰ ਅੰਦਰ ਭਰਮ ਨਹੀਂ ਹੈ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਦੇਵੇ ਬਾਂਦੇ ਪਖ ਹੂੰ ਕੇ ਰਹਿਤ ਸੰਸਾਰ ਹੀ। ਦਾਵੇ ਬਾਂਦੇ, ਉਹ ਦਾਵੇ ਨਹੀਂ ਬੰਨਦੇ, ਉਹ ਪੱਖ ਨਹੀਂ ਬੰਨਦੇ। ਸੰਸਾਰ ਵਿੱਚ ਦਾਅਵਿਆਂ ਪੱਖਾਂ ਲੜਾਈ ਝਗੜਿਆਂ ਤੋਂ ਬਿਨਾਂ ਹੀ ਰਹਿੰਦੇ ਆ ਹਮੇਸ਼ਾ। ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜਾਣਾ। ਕਿ ਹਿੰਦੂ ਕੌਣ ਹੈ, ਤੁਰਕ ਕੌਣ ਹੈ, ਮੁਸਲਾ ਕੌਣ ਹੈ, ਉਹ ਨਹੀਂ ਜਾਣਦੇ, ਇੱਕ ਸਮਾਨ ਹੀ ਜਾਣਦੇ ਹੈ। ਉਹ ਤੇ ਇਹੀ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪਰਾਣ। ਤੇ ਇੱਥੇ ਜਿਹੜੇ ਉਹ ਕਹਿੰਦੇ ਵੀ ਹਿੰਦੂ ਰਾਸ਼ਟਰ ਬਣਾ ਦੇਗੇ ਸਭ ਜਗ੍ਹਾ। ਕੋ ਬਿਦਾਰ ਔਰ ਦੇਖਾਂ ਏਕ ਸਾਰ ਹੀ। ਉਹ ਤੇ ਆਪਣੇ ਭਰਮ ਨੂੰ ਦੂਰ ਕਰਕੇ, ਨਾਸ ਕਰਕੇ ਹਿਰਦੇ ਵਿੱਚ ਇੱਕ ਸਾਰ ਹੀ ਦੇਖਦੇ ਆ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਭਾਈ। ਰਾਮ ਸੋ ਰਹੀਮ ਹੈ ਅੱਲਾਹ, ਅੱਲਾਹ ਸੋ ਅਕਾਲ ਰੂਪ। ਉਹ ਸੋਚ ਸਮਝਦੇ, ਉਹ ਜਾਣਦੇ ਗਿਆਨੀ ਪੁਰਸ਼ ਵੀ ਉਹੀਓ ਰਾਮ ਹੈ, ਉਹੀਓ ਰਹੀਮ ਹੈ, ਉਹੀਓ ਅੱਲਾ ਹੈ, ਉਹੀਓ ਅਕਾਲ ਰੂਪ ਹੈ। ਨਾਮ ਹੀ ਬਦਲੇ ਹੋਏ ਹੈ ਬਸ। ਜਾਨੀਏ ਖੁਦਾਈ ਸੋ ਏਕ ਏਕੰਕਾਰ ਹੀ। ਬਸ ਖੁਦਾ ਨੂੰ ਹੀ ਜਾਣਦੇ ਆ ਵੀ ਖੁਦਾ ਤੇ ਇੱਕ ਓਂਕਾਰ ਨੂੰ ਇੱਕ ਕਰਕੇ ਜਾਣਦੇ ਵੀ ਇੱਕ ਓਂਕਾਰ ਵੀ ਉਹੀ ਗੱਲ ਹੈ, ਖੁਦਾ ਵੀ ਉਹੀ ਉਹ ਗੱਲ ਹੈ। ਮੂੜ ਨਹੀਂ ਪਾਵੈ ਭੇਦ ਬਾਦ ਕੁਰ ਚਾਵੈ ਨਿਤ। ਜਿਹੜੇ ਮੂਰਖ ਲੋਕ ਉਹ ਭੇਦ ਨਹੀਂ ਪਾਉਂਦੇ ਤੇ ਝਗੜੇ ਨੂੰ ਹਮੇਸ਼ਾ ਹੀ ਸ਼ੁਰੂ ਕਰਕੇ ਰੱਖਦੇ ਆ। ਬਸ ਅੱਗਾਂ ਲਾਉਂਦੇ ਆ ਮਸੀਤਾਂ ਵਿੱਚ, ਮੁਸਲਮਾਨ ਮੰਦਰ ਸਾੜੀ ਜਾਂਦੇ ਹਨ। ਆਏ ਦੁੱਖ ਭਾਰੀ ਜਾਏ ਨਰਕ ਮਝਾਰਹੀ। ਉਹ ਭੇਦ ਨਹੀਂ ਨਾ ਜਾਣਦੇ ਉਹਦਾ ਫਲ ਕੀ ਹੈ ਕਿ ਭਾਰੀ ਦੁੱਖ ਪਾਉਣਗੇ ਨਰਕ ਵਿੱਚ ਜਾ ਕੇ, ਦੋਜਕ 'ਚ ਮਾਰ ਪਵੇਗੀ ਬੜੀ ਭਿਆਨਕ। ਕਬਿਤ ਐਸੇ ਸੁਨ ਬੈਨ ਗੁਰੂ ਨਾਨਕ ਕੋ ਨਿਵੇ ਸਭ। ਗੁਰੂ ਮਹਾਰਾਜ ਐਸੇ ਗਿਆਨਮਈ ਬਚਨ ਸੁਣ ਕੇ ਸਾਰੇ ਨਿਵੇ ਹਨ। ਐਚ ਜਿਉ ਪਨਚ ਕੋ ਧਨਖ ਨਿਵ ਜਾਤ ਹੈ। ਜਿਵੇਂ ਧਨਖ ਦੀ ਡੋਰ ਨੂੰ ਖਿੱਚੀਏ ਤਾਂ ਨੀਵਾ ਹੋ ਜਾਂਦਾ ਹੈ, ਐਵੇਂ ਸਾਰੇ ਨਿਵ ਗਏ ਮਹਾਰਾਜ ਦੇ ਚਰਨਾਂ ਵਿੱਚ। ਭਾਏ ਮਨ ਦੀਨ ਸੋ ਖੁਦਾਏ ਦੇਹ ਚੀਨਾ। ਸਾਰੇ ਮਨ ਵਿੱਚ ਦੀਨ ਹੋ ਗਏ, ਜਾਣ ਗਏ ਵੀ ਇਹ ਖੁਦਾ ਹੀ ਸਰੀਰ ਲੈ ਕੇ ਆਇਆ ਹੈ। ਆਦ ਬੰਦਨਾ ਕੋ ਕੀਨ ਜਬ ਦੇਖੀ ਕਰਾਮਾਤ ਹੈ। ਜਦੋਂ ਗੁਰੂ ਜੀ ਦੀ ਐਸੀ ਮਹਾਨ ਹੀ ਤਾਕਤ ਦੇਖੀ, ਸ਼ਕਤੀ ਦੇਖੀ ਹੈ,
ਸਭ ਨੇ ਨਮਸਕਾਰ ਕੀਤੀ ਮਹਾਰਾਜ ਜੀ ਦੇ ਚਰਨਾਂ ਤੇ। ਕਮਲ ਬਦਨ ਬਿਗਸਤ ਹਰ ਖਾਤ ਚਿਤ। ਉਹਨਾਂ ਦੇ ਜਿਹੜੇ ਚਿੱਤ ਤੇ ਉਹ ਖੁਸ਼ ਹੋ ਗਏ ਹੈ, ਕਮਲ ਵਰਗੇ ਮੁਖ ਖਿੜ ਗਏ ਹਨ, ਜਿਵੇਂ ਕਮਲ ਖਿੜਦਾ ਹੈ। ਮੋਹ ਕੇ ਨਿਕੰਦ ਦੇਖਾ ਭਾਨ ਪ੍ਰਭਾਤ ਹੈ। ਮੋਹ ਨੂੰ ਕੱਟਣ ਵਾਲੇ ਜੋ ਗੁਰੂ ਸਾਹਿਬ ਸੂਰਜ ਵਾਂਗ ਹੈ, ਇਹਨਾਂ ਦਾ ਮਹਾਰਾਜ ਦਾ ਦਰਸ਼ਨ ਦੇਖਿਆ, ਜਿਵੇਂ ਚੜ੍ਹਦਾ ਸੂਰਜ ਹੁੰਦਾ ਨਾ ਸਵੇਰ ਦਾ, ਐਸਾ ਦਰਸ਼ਨ ਦੇਖਿਆ ਚੜ੍ਹਦੇ ਸੂਰਜ ਵਾਂਗ ਗੁਰੂ ਸਾਹਿਬ ਜੀ ਦਾ ਜਿਹੜੇ ਮੁਖ ਕਮਲ ਹੈ ਉਹ ਖਿੜ ਗਏ ਹਨ। ਸੇਵਾ ਹੈ ਤਲਾਈ ਚੰਚਰੀਕ ਜਿਉ ਲੁਭਾਈ। ਸੇਵਾ ਬੜਾ ਪ੍ਰੇਮ ਲਾ ਕੇ ਕਰ ਰਹੇ ਹੈ, ਜਿਵੇਂ ਕਹਿੰਦੇ ਭੌਰਾ ਲੁਭਾਏਮਾਨ ਹੁੰਦਾ ਕਵਲ ਫੁੱਲ ਤੇ। ਔਰ ਜਾਣਗਤ ਦਾਈ ਇਹ ਚਰਨ ਜਲ ਜਾਤ ਹੈ। ਹਿਰਦੇ ਵਿੱਚ ਜਾਣਦੇ ਵੀ ਮੁਕਤੀ ਦੇਣ ਵਾਲੇ ਚਰਨ ਕਮਲ ਹੈ ਇਹਨਾਂ ਦੇ। ਦੋਹਰਾ ਬੀਤਿਓ ਕੇਤਕ ਕਾਲ ਜਬ। ਜਦੋਂ ਕੁਝ ਕੁ ਸਮਾਂ ਉੱਥੇ ਬੀਤ ਗਿਆ, ਲੰਘ ਗਿਆ, ਰਹਤੇ ਤਹਾਂ ਸਥਾਨ। ਉਸੇ ਥਾਂ ਤੇ ਰਹਿੰਦਿਆਂ ਹੋਇਆ ਕਾਬੇ ਮੰਦਰ ਕੋਲ। ਪੂਰਨ ਕੀਨੋ ਧਿਆਏ ਅਬ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਅਧਿਆਏ ਹੁਣ ਮੈਂ ਸੰਪੂਰਨ ਕਰ ਦਿੱਤਾ ਹੈ। ਕਥਾ ਸੁਭਗ ਸੁਖਦਾਨ। ਜੋ ਗੁਰੂ ਸਾਹਿਬ ਦੀ ਕਥਾ ਬੜੀ ਸੁਖ ਦੇਣ ਵਾਲੀ ਸ੍ਰੇਸ਼ਟ ਮਹਾਨ ਹੈ, ਇੱਥੇ ਮੈਂ ਉਸ ਅਧਿਆਏ ਦੀ ਸਮਾਪਤੀ ਕਰ ਰਿਹਾ ਹਾਂ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਮੱਕੇ ਫਿਰਨ ਪ੍ਰਸੰਗ ਵਰਣਨ ਨਾਮ ਅਸ਼ਟ ਪੰਚਾਸਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ ਹੈ 58 ਅਧਿਆਏ ਸਮਾਪਤ ਹੋਏ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਧੀ। ਬੀਤਿਓ ਕੇਤਕ ਕਾਲ ਜਬ ਰਹਤੇ ਤਹਾਂ ਸਥਾਨ। ਪੂਰਨ ਕੀਨੋ ਧਿਆਏ ਅਬ ਕਥਾ ਸੁਭਗ ਸੁਖਦਾਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਮੱਕੇ ਫਿਰਨ ਪ੍ਰਸੰਗ ਵਰਣਨ ਨਾਮ ਅਸ਼ਟ ਪੰਚਾਸਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ